ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਿੰਘਾਂ ਬਾਜਾਂ ਚਰਗਾਂ ਕੂਈਆਂ, ਨਾ ਖਵਾਲੇ ਘਾਹ ਖਾਣ ਤੇ ਨਾ ਮਾਸ ਖਵਾਲੇ, ਇਹ ਚਲਾਏ ਰਾਹ। ਨਦੀਆਂ ਵਿੱਚ ਟਿੱਬੇ ਦਖਾਲੇ, ਥਲੀ ਕਰੇ ਅਸਗਾ। ਕੀੜਾ ਥਾਪਦੈ ਪਾਤਸ਼ਾਹੀ, ਲਸ਼ਕਰ ਕਰੇ ਸਵਾਹ। ਜੇਤੇ ਜੀ ਜੀਵੇ ਲੈ ਸਾਹਾ, ਜਵਾਲੇ ਤਾਂ ਕੇ ਆਸਾ। ਨਾਨਕ ਜਿਉ ਜਿਉ ਸੱਚੇ ਭਾਵੈ, ਤਿਉ ਤਿਉ ਦੇ ਗੁਰਾ। ਨਾਨਕ ਜਿਉ ਜਿਉ ਸੱਚੇ ਭਾਵੈ, ਤਿਉ ਤਿਉ ਦੇ ਗੁਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਰਚੀ ਹੋਈ ਬਾਣੀ ਜਪਜੀ ਸਾਹਿਬ, ਜਿਹਦੀ ਆਪਾਂ ਕਥਾ ਪ੍ਰਾਰੰਭ ਕੀਤੀ ਹੋਈ ਆ। ਤੇ ਮੂਲ ਮੰਤਰ ਤੇ ਪਹਿਲੀ ਪੌੜੀ ਆਪਾਂ ਵਿਚਾਰ ਚੁੱਕੇ ਹਾਂ। ਅੱਜ ਦੂਸਰੀ ਪੌੜੀ ਆਪਾਂ ਵਿਚਾਰਨੀ ਆ। ਪਹਿਲੀ ਪੌੜੀ ਦੇ ਅੰਦਰ ਕੁਝ ਧਾਰਮਿਕ ਲੋਕਾਂ ਦੀ ਮਹਾਰਾਜ ਨੇ ਗੱਲ ਕਹੀ ਹੈ ਕਿ ਜਿਹੜੇ ਧਾਰਮਿਕ ਬੰਦੇ ਨੇ ਉਹ ਕੀ ਕਰਦੇ ਨੇ। ਕੋਈ ਇਸ਼ਨਾਨ ਕਰਦਾ ਹੈ, ਕੋਈ ਗਿਆਨ ਇਕੱਠਾ ਕਰਦਾ ਹੈ, ਕੋਈ ਕੁਝ ਕਰਦਾ ਹੈ, ਕੋਈ ਸਿਆਣਪਾਂ ਇਕੱਠੀਆਂ ਕਰਦਾ ਹੈ, ਕੁਝ ਕਹਿੰਦਾ ਮਨ ਰਾਜੀ ਤੇ ਰੱਬ ਰਾਜੀ। ਇਸ ਤਰ੍ਹਾਂ ਦੀਆਂ ਧਾਰਨਾ ਨੇ। ਪਰ ਰੱਬ ਦੀ ਪ੍ਰਾਪਤੀ ਦਾ ਰਾਹ ਗੁਰੂ ਨਾਨਕ ਸਾਹਿਬ ਨੇ ਆਖਿਆ ਇਹ ਨਹੀਂ ਹੈ। ਠੀਕ ਹੈ, ਗਿਆਨ ਦੀ ਲੋੜ ਹੈ, ਪਰ ਗਿਆਨ ਦੁਆਰਾ ਪਰਮਾਤਮਾ ਨਹੀਂ ਮਿਲਦਾ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੇ ਨਾਲ, ਮਿਲੇ ਜੇ ਕਿਤੇ ਸਿਆਣਪੇ ਕਾਂ ਗੂੰ ਗਰਾਸੇ। ਕਾਂ ਬੜਾ ਸਿਆਣਾ ਵਾ ਪਰ ਗੰਦਗੀ ਖਾਂਦਾ ਹੈ। ਗਿਆਨ ਦੁਆਰਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਪਰਮਾਤਮਾ ਪ੍ਰਾਪਤ ਹੋ ਜੇ ਤੇ ਫਿਰ ਗਿਆਨ ਪ੍ਰਾਪਤ ਹੁੰਦਾ ਹੈ। ਕਿਸੇ ਨੇ ਲਿਖਿਆ, ਲੰਘ ਜਾ ਅਕਲ ਸੇ ਆਗੇ, ਇਹ ਰਾਹੇ ਚਿਰਾਗ ਹੈ ਮੰਜ਼ਿਲ ਨਹੀਂ ਹੈ। ਜਿਹੜਾ ਤੂੰ ਕਥਾ ਕਹਾਣੀਆਂ ਲਈ ਫਿਰਦਾ ਹੈ, ਇਹ ਰਾਹ ਦਾ ਚਿਰਾਗ ਤੇ ਹੋ ਸਕਦਾ, ਇਹ ਪ੍ਰਮਾਤਮਾ ਨਹੀਂ ਹੈ ਰਾਹ। ਇਹ ਲੰਘ ਜਾ ਅਕਲ ਸੇ ਅੱਗੇ, ਬੰਦਿਆ ਤੂੰ ਆਪਣੀ ਜਿਹੜੀ ਅਕਲ ਚੁੱਕੀ ਫਿਰਦਾ ਹੈ ਨਾ, ਇਸ ਤੋਂ ਅੱਗੇ ਜਾ ਜੇ ਪ੍ਰਮਾਤਮਾ ਨੂੰ ਮਿਲਣਾ ਤਾਂ। ਕਿਉਂਕਿ ਰਾਹੇ ਚਿਰਾਗ ਹੈ। ਚਿਰਾਗ ਕੇਵਲ ਚਾਨਣ ਕਰਦਾ ਹੈ, ਪਰ ਵਿਦਿਆ ਤੇ ਆਪ ਨੂੰ ਪੜ੍ਹਨੀ ਪੈਂਦੀ ਹੈ ਨਾ। ਇਹ ਥੋੜ੍ਹਾ ਵੀ ਦੀਵਾ ਜਗ ਗਿਆ ਤੇ ਮੈਨੂੰ ਹੁਣ ਗਿਆਨ ਵੀ ਹੋ ਜਾਏਗਾ। ਚਿਰਾਗ ਜਿਹੜਾ ਹੁੰਦਾ ਹੈ ਕੇਵਲ ਰਾਹ ਦਿਖਾਉਂਦਾ ਹੈ, ਰਾਹ ਤੇ ਚੱਲਣਾ ਪੈਂਦਾ ਹੈ। ਗਿਆਨ ਕੇਵਲ ਰਾਹ ਵਾ, ਮੰਜ਼ਿਲ ਨਹੀਂ ਹੈ। ਲੰਘ ਜਾ ਅਕਲ ਸੇ ਆਗੇ, ਇਹ ਰਾਹੇ ਚਿਰਾਗ ਹੈ, ਮੰਜ਼ਿਲ ਨਹੀਂ ਹੈ। ਜੇ ਤੂੰ ਰੱਬ ਨੂੰ ਪ੍ਰਾਪਤ ਕਰਨਾ ਚਾਹੁੰਦਾ ਤੇ
ਤੂੰ ਗਿਆਨ ਦੁਆਰਾ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੇ ਨਾਲ। ਗਿਆਨ ਦੁਆਰਾ ਉਹ ਨਹੀਂ ਮਿਲਦਾ। ਜਦੋਂ ਲਹਿਣਾ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜਾਂਦੇ ਨੇ ਕਿ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਵੀ ਗਿਆਨ ਪੜ੍ਹ ਲੈ। ਨਹੀਂ, ਲਹਿਣਾ ਜਾ ਕੇ ਸੇਵਾ ਤੇ ਸਿਮਰਨ ਨੂੰ ਸਮਰਪਿਤ ਹੋ ਗਿਆ ਸੀ। ਗੁਰ ਪੂੰਜੀ ਪਾਹੂ ਨਿਵਲ ਮਨ ਕੋਠਾ ਤਨ ਛਤ, ਨਾਨਕ ਗੁਰ ਬਿਨ ਮਨ ਕਾ ਤਾਗ ਨ ਉਗੜੇ, ਅਵਰ ਨ ਕੁੰਜੀ ਹੱਥ। ਇਹ ਮਨ ਨੂੰ ਜਿਹੜਾ ਜਿੰਦਰਾ ਵੱਜਾ ਹੋਇਆ ਨਾ, ਮਾਇਆ ਨੇ ਜਿੰਦਰਾ ਮਾਰਿਆ ਹੋਇਆ ਵਾ ਮਨ ਤੱਕ, ਸਾਨੂੰ ਇਹ ਜਾਣ ਨਹੀਂ ਦਿੰਦੀ ਮਾਇਆ। ਗੁਰ ਕੁੰਜੀ, ਇਸ ਮਨ ਨੂੰ ਖੋਲ੍ਹਣਾ ਹੈ ਤਾਂ ਗੁਰੂ ਦੇ ਕੋਲ ਕੁੰਜੀ ਹੈ। ਤੇ ਜੇ ਤੂੰ ਗੁਰੂ ਦਾ ਰਾਹ ਛੱਡ ਕੇ, ਗੁਰੂ ਨੂੰ ਛੱਡ ਕੇ ਤੇ ਸੋਚੇ ਸੋਚ ਨਾ ਹੋਵਈ, ਆਖੇ ਮੈਂ ਦਿਹਾੜੀ ਦਾ 5 ਵਾਰੀ ਇਸ਼ਨਾਨ ਕਰਦਾ ਏ, 10 ਵਾਰੀ ਹੱਥ ਧੋਣਾ ਏ, ਤੇ ਬੜਾ ਕੁਛ ਕਰਦਾ ਏ, ਸੋਮ ਪਾਕ ਕਰਦਾ ਏ, ਤੂੰ ਸੋਚੇ ਸੋਚ ਨਾ ਹੋਵਈ, ਇਸ ਤਰ੍ਹਾਂ ਰੱਬ ਨਹੀਂ ਮਿਲਣਾ। ਤੇ ਸਹਿਸ ਸਿਆਣਪਾਂ ਲੱਖ ਹੋਏ, ਤੇ ਇਹ ਵੀ ਰੱਬ ਦਾ ਰਾਹ ਨਹੀਂ ਹੈ। ਗਿਆਨ ਵੀ ਜਿਹੜਾ ਹੈ ਰਾਹ ਪਾਦਰ ਗੁਰ ਦੱਸੇ। ਇਹ ਤੂੰ ਰਾਹ ਲੱਭਣਾ ਚਾਹੁੰਦਾ ਹੈ, ਤੈਨੂੰ ਲੱਭਣਾ ਨਹੀਂ ਹੈ, ਰਾਹ ਤੇ ਗੁਰੂ ਨੇ ਦੱਸਣਾ ਹੈ। ਰਾਹ ਪਾਦਰ ਗੁਰ ਦੱਸੇ, ਗੁਰ ਕੁੰਜੀ, ਗੁਰੂ ਦੇ ਕੋਲ ਕੁੰਜੀ ਹੈ। ਤੇ ਤੁਸੀਂ ਕੁੰਜੀ ਹੋ ਤੁਹਾਡੇ ਕੋਲ ਹੋਵੇ ਤੇ ਬੜੀ ਆਸਾਨੀ ਦੇ ਨਾਲ ਬੰਦਾ ਅੰਦਰ ਪ੍ਰਵੇਸ਼ ਕਰ ਜਾਂਦਾ ਹੈ। ਤੇ ਜਿੰਦਰਾ ਲੱਗਾ ਹੋਵੇ ਤੇ ਅੰਦਰ ਆਉਣਾ ਬੜਾ ਮੁਸ਼ਕਲ ਵਾ। ਤੇ ਜਿਹੜੇ ਜਿੰਦਰੇ ਨੂੰ ਤੋੜ ਕੇ ਲੋਕੀ ਅੰਦਰ ਆਉਂਦੇ ਨੇ, ਉਹ ਫੜੇ ਜਾਂਦੇ ਨੇ। ਫਿਰ ਤੇ ਮਾਰ ਕਹਿੰਦੇ ਗੁਰ ਪੂੰਜੀ ਪਾਹੂ ਨਿਵਲ ਮਨ ਕੋਠਾ ਤਨ ਛਤ, ਨਾਨਕ ਗੁਰ ਬਿਨ ਮਨ ਕਾ ਤਾਗ ਨਾ ਉਗੜੇ, ਅਵਰ ਨਾ ਕੁੰਜੀ ਹੱਥ। ਇਹ ਮੈਂ ਲੰਮੀ ਵਿਆਖਿਆ ਨਾ ਹੋ ਜਾਵੇ। ਲੰਘ ਜਾ ਅਕਲ ਸੇ ਅੱਗੇ, ਇਹ ਰਾਹੇ ਚਿਰਾਗ ਹੈ ਮੰਜ਼ਿਲ ਨਹੀਂ ਹੈ। ਮਨ ਸਮਝਾਵਣ ਕਾਰਨ ਕਛੂਅਕ ਪੜ੍ਹੀਏ ਗਿਆਨ। ਗਿਆਨ ਦੀ ਇੰਨੀ ਲੋੜ ਨਹੀਂ ਹੈ ਜਿੰਨਾ ਮਨੁੱਖ ਗਿਆਨ ਇਕੱਠਾ ਕਰਕੇ ਬੈਠਾ ਹੋਇਆ ਵਾ। ਤੇ ਜਿਹੜਾ ਬਹੁਤਾ ਗਿਆਨ ਦੀਆਂ ਪੰਡਾਂ ਬੰਨ੍ਹ ਲੈਂਦਾ ਨਾ ਸਿਰ ਦੇ ਉੱਤੇ, ਉਹਦਾ ਮਨ ਸ਼ਾਂਤ ਨਹੀਂ ਹੋ ਸਕਦਾ। ਲੰਮੀ ਚੌੜੀ ਵਿਆਖਿਆ ਨਾ ਕਿਤੇ ਹੋ ਜੇ ਇਹਦੀ। ਲੈਣੇ ਨੇ ਗਿਆਨ ਨਹੀਂ ਪੜਿਆ ਕਰਤਾਰਪੁਰ ਸਾਹਿਬ ਜਾ ਕੇ, ਲੈਣੇ ਨੇ ਸੇਵਾ ਕੀਤੀ ਹੈ, ਲੈਣੇ ਨੇ ਸਿਮਰਨ ਕੀਤਾ ਹੈ। ਤੇ ਸ਼੍ਰੀ ਲਹਿਣਾ ਜੀ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਹੋ ਗਏ ਨੇ। ਤੇ ਇਹ ਗੁਰੂ ਨੇ ਸਭ ਕੁਝ ਕਰ ਦੇਣਾ ਹੈ, ਤੂੰ ਨਾ ਕੁਛ ਕਰੀ। ਹਾਂ, ਤੂੰ ਇੰਨਾ ਕੁ ਕੁਛ ਕਰ ਕੇ ਤੂੰ ਗੁਰੂ ਨੂੰ ਸਮਰਪਿਤ ਹੋ ਜਾਏ ਬਸ। ਤੇ ਰਾਹ ਪਾਦਰ ਗੁਰ ਦੱਸੇ, ਗੁਰੂ ਨੇ ਤੈਨੂੰ ਦੱਸਣਾ ਹੈ। ਇਹ ਸੀ ਪਹਿਲੀਆਂ ਪੌੜੀਆਂ ਦੀ ਵਿਆਖਿਆ ਜਿਹੜੀ ਆਪਾਂ ਅੱਗੇ ਕਰ ਚੁੱਕੇ ਹਾਂ। ਪਰ ਅੱਜ ਲੋਕਾਂ ਨੇ ਕਥਾ ਕਹਾਣੀਆਂ ਨੂੰ ਆਪਣਾ ਇੱਕ ਧੰਦਾ ਬਣਾਇਆ ਹੋਇਆ ਹੈ। ਤੇ ਸੋਚਦੇ ਆ ਵੀ ਸ਼ਾਇਦ ਅਸੀਂ ਕਥਾ ਕਰਨ ਲੱਗ ਪਏ ਹਾਂ ਤੇ ਕੁਛ ਖੱਟ ਲਵਾਂਗੇ। नहीं, ये राहे चिराग है मंजिल नहीं है। लंघ जा अकल से। हम जानते थे कुछ इल्म से पाएंगे, जानेंगे। विद्वान लिखदा हम जानते थे कि इल्म से कुछ पाएंगे, जानेंगे। जाना तो ये जाना कुछ भी ना जाना। जिदन एकाग्र चित हो के रब दे चरनां नाल मन जुड़ जाता है, उदन ये दुनिया का सारा ज्ञान सवाह बन जाता है। जिदन प्रभु की प्राप्ति हुंदी है, टुक दम करारी जो करो। ज्ञान द्वारा थोड़ा मन जो एकाग्र हुंदा है। ये तो थोड़े बहुते ज्ञान की लोड़ है, बहुते की लोड़ थोड़ा है। टुक दम करारी जो करो तो हाजिर हजूर खुदाए।
ਖੁਦਾ ਨੂੰ ਮਿਲਣਾ ਤੇ ਫਿਰ ਬਹੁਤੇ ਗਿਆਨਾਂ ਦੀ ਲੋੜ ਕੋਈ ਨਹੀਂ ਹੈ। ਸਹਿਜੇ ਨਾਮ ਧਿਆਈਏ ਗਿਆਨ ਰਤਨ ਪ੍ਰਗਟ ਹੋਏ। ਤੋ ਖੈਰ ਉਹ ਜਿਹੜੀ ਪਹਿਲੀ ਪੌੜੀ ਜਪਜੀ ਸਾਹਿਬ ਦੀ ਆ, ਉਹਦੇ ਚ ਧਾਰਮਿਕ ਲੋਕਾਂ ਦੀ ਵਿਆਖਿਆ ਕੀਤੀ ਗਈ, ਗੁਰੂ ਨਾਨਕ ਸਾਹਿਬ ਨੇ ਕੀਤੀ ਆ। ਤੇ ਅਖੀਰ ਤੇ ਮਹਾਰਾਜ ਨੇ ਮੋਹਰ ਲਾਈ ਸੀ ਵੀ ਹੁਕਮ ਰਜਾਈ ਚੱਲਣਾ। ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਕਿਵ ਸਚਿਆਰਾ ਹੋਈਏ। ਜੇ ਸਾਰੀ ਜਪਜੀ ਸਾਹਿਬ ਦਾ ਨਿਚੋੜ ਕੱਢ ਲਓ, ਸਿਆਣੇ ਤੇ ਵੀ ਕਹਿੰਦੇ ਵੀ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਨਿਚੋੜ ਜਪਜੀ ਸਾਹਿਬ ਹੈ। ਤੇ ਜੇ ਜਪਜੀ ਸਾਹਿਬ ਦਾ ਵੀ ਨਿਚੋੜ ਕੱਢ ਲਵੋ ਤੇ ਇੱਕ ਤੁਕ ਬਣਦੀ ਸਾਰੀ ਕਿਵ ਸਚਿਆਰਾ ਹੋਈ ਐ। ਸਚਿਆਰ ਕਿਵੇਂ ਬਣਿਆ ਜਾਵੇ ਤੇ ਰੱਬ ਤੇ ਸਾਡੇ ਵਿੱਚ ਜਿਹੜੀ ਬਣੀ ਹੋਈ ਕੂੜ ਦੀ ਕੰਧ ਵਾ ਉਹ ਕਿਵੇਂ ਟੁੱਟੇ। ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ। ਹੁਕਮ ਰਜਾਈ ਚੱਲਣਾ। ਇੱਥੇ ਗੱਲ ਆਪਾਂ ਰੋਕੀ ਹੋਈ ਸੀ ਕਿ ਤੇਰਿਆਂ ਆਪਣਿਆਂ ਯਤਨਾਂ ਨਾਲ ਇਹ ਪਾਲ ਟੁੱਟਣੀ ਨਹੀਂ ਹੈ। ਤੇਰੇ ਤੇ ਰੱਬ ਦੇ ਵਿੱਚ ਜਿਹੜੀ ਦੀਵਾਰ ਬਣੀ ਹੋਏ, ਤੇਰੇ ਆਪਣੇ ਯਤਨਾਂ ਨਾਲ ਇਹ ਟੁੱਟਣੀ ਨਹੀਂ ਹੈ। ਇਹ ਤੈਨੂੰ ਉਹਦੇ ਹੁਕਮ ਵਿੱਚ ਆਉਣਾ ਪੈਣਾ ਹੈ ਤੇ ਉਹਦੇ ਹੁਕਮ ਨੂੰ ਸਮਝਣ ਵਾਸਤੇ ਤੈਨੂੰ ਗੁਰੂ ਦੀ ਸ਼ਰਨ ਵਿੱਚ ਜਾਣਾ ਪੈਣਾ ਹੈ। ਗੁਰੂ ਤੋਂ ਬਿਨਾਂ ਹੁਕਮ ਬੁੱਝਿਆ ਨਹੀਂ ਜਾਂਦਾ। ਗੁਰੂ ਤੋਂ ਬਿਨਾਂ ਉਹਦੇ ਹੁਕਮ ਨੂੰ ਪਛਾਣਿਆ ਨਹੀਂ ਜਾਂਦਾ। ਤੇ ਮਾਰ ਕਹਿੰਦੇ ਹੁਕਮ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨ ਚੱਲੇ। ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਤੇ ਹੁਕਮ ਤੈਨੂੰ ਬਾਹਰੋਂ ਨਹੀਂ ਲੱਭਣਾ, ਉਹ ਤੇਰੇ ਨਾਲ ਲਿਖਿਆ ਹੋਇਆ ਵਾ। ਹਰ 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 ਜੀਵ ਦੇ ਅੰਦਰ ਉਹਦਾ ਹੁਕਮ ਵਰਤ ਰਿਹਾ ਹੈ ਤੇ ਉਹਦੇ ਨਾਲ ਲਿਖਿਆ ਗਿਆ ਹੈ। ਸ਼ੇਰ ਕਦੀ ਵੀ ਮਾਸ ਤੋਂ ਬਿਨਾਂ ਘਾਹ ਨਹੀਂ ਖਾਏਗਾ। ਇਹ ਰੱਬ ਦਾ ਹੁਕਮ ਹੈ, ਉਹਦੇ ਨਾਲ ਲਿਖਿਆ ਗਿਆ ਵਾ। ਤੇ ਇਹਨੂੰ ਤੁਸੀਂ ਮਿਟਾਉਣ ਦੀ ਕੋਸ਼ਿਸ਼ ਕਰੋਗੇ, ਇਹ ਮਿਟਣਾ ਨਹੀਂ ਹੈ। ਮਹਾਰਾਜ ਨੇ ਇਸ ਤੱਕ ਬਚਨ ਕੀਤਾ ਕਿ ਸਿੰਘਾਂ ਬਾਜਾਂ ਚਰਗਾਂ ਕੂਈਆਂ। ਇਹ ਮਾਸ ਖਾਣ ਵਾਲੇ ਜੀਵ ਨੇ। ਸ਼ੀਹਾਂ ਕਹਿੰਦੇ ਨੇ ਸ਼ੇਰਾਂ ਨੂੰ। ਸ਼ੀਹਾਂ ਬਾਜਾਂ, ਬਾਜ ਵੀ ਮਾਸ ਖਾਂਦਾ ਹੈ। ਤੇ ਇਹਨੂੰ ਆਖੋ ਤੁਸੀਂ ਅਸੀਂ ਇਹਨੂੰ ਖੀਰ ਖਵਾਉਣੀ ਆ, ਬਾਜ ਖੀਰ ਨਹੀਂ ਖਾਏਗਾ, ਸ਼ੇਰ ਖੀਰ ਨਹੀਂ ਖਾਏਗਾ। ਕਿਉਂ? ਉਹਦੇ ਅੰਦਰ ਰੱਬ ਦਾ ਹੁਕਮ ਲਿਖਿਆ, ਨਾਨਕ ਲਿਖਿਆ ਨਾਲ। ਕਿ ਕੂੜੇ ਟੁੱਟੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਉਹ ਨਾਲ ਲਿਖਿਆ ਗਿਆ ਵਾ, ਉਹ ਅੰਦਰ ਲਿਖਿਆ ਗਿਆ ਵਾ, ਉਹ ਬਾਹਰ ਨਹੀਂ ਹੈ। ਰੱਬ ਦਾ ਹੁਕਮ ਬਾਹਰ ਨਹੀਂ ਹੈ, ਉਹ ਅੰਦਰ ਲਿਖਿਆ ਗਿਆ। ਸ਼ੀਹਾਂ ਬਾਜਾਂ ਚਰਗਾਂ ਕੂਈਆਂ ਇਹਨਾਂ ਖਵਾਲੇ ਘਾਹ। ਇਹ ਸਾਰੇ ਮਾਸ ਖਾਣ ਵਾਲੇ ਜੀਵ ਜੰਤੂ ਨੇ। ਜੇ ਰੱਬ ਚਾਵੇ ਤੇ ਇਹਨਾਂ ਨੂੰ ਉਹ ਮਾਸ ਤੋਂ ਹਟਾ ਕੇ ਤੇ ਸਾਗ ਵਾਲੇ ਪਾਸੇ ਲਾ ਸਕਦਾ ਹੈ। ਸ਼ੀਹਾਂ ਬਾਜਾਂ ਚਰਗਾਂ ਕੂਈਆਂ ਇਹਨਾਂ ਖਵਾਲੇ ਘਾਹ। ਤੇ ਘਾਹ ਖਾਣ ਤਿੰਨਾ ਮਾਸ ਖਵਾਲੇ। ਜਿਹੜੇ ਘੋੜੇ ਨੇ, ਗਾਵਾਂ ਨੇ, ਮੱਝਾਂ ਨੇ, ਹਾਥੀ ਨੇ, ਇਹ ਘਾਹ ਖਾਂਦੇ ਨੇ। ਤੇ ਜੇ ਰੱਬ ਚਾਹਵੇ ਤੇ ਇਹਨਾਂ ਨੂੰ ਉਹ ਮਾਸ ਖਵਾਲਣ ਤੇ ਲਾ ਸਕਦਾ ਹੈ। ਜਿਹੜਾ ਸ਼ੇਰ ਮਾਸ ਖਾਂਦਾ ਹੈ, ਬਾਜ ਮਾਸ ਖਾਂਦਾ ਹੈ, ਬਗਲਾ ਮਾਸ ਖਾਂਦਾ ਹੈ, ਇਹ ਕਿਸ ਨੇ ਲਾਇਆ ਮਾਸ ਖਾਣ ਤੇ? ਇਹ ਉਸ ਨੇ ਲਾਇਆ। ਹੁਕਮੀ ਹੋਵਣ ਆਕਾਰ ਅੱਜ ਸਾਡੀ ਪੌੜੀ ਦਾ ਵਿਸ਼ਾ ਹੈ। ਇਹ ਪਰਮੇਸ਼ਰ ਨੇ ਰਚਨਾ ਰਚੀ ਆ ਤੇ ਉਹਨੇ ਹਰੇਕ ਦੇ ਨਾਲ ਆਪਣਾ ਹੁਕਮ ਲਿਖ ਕੇ ਲਾਇਆ ਹੋਇਆ ਵਾ। ਯੁੱਗ ਬੀਤ ਗਏ, ਸਦੀਆਂ ਹੋ ਗਈਆਂ, ਸ਼ੇਰ ਨੇ ਆਪਣੀ ਮਰਜ਼ਾਦਾ ਨਹੀਂ ਛੱਡੀ। ਬੰਦੇ ਦੀ ਤਾਂ ਕੋਈ ਮਰਜ਼ਾਦਾ ਹੀ ਹੈ ਨਹੀਂ। ਬੰਦਾ ਤੇ ਮਰਜ਼ਾਦਾ 'ਚ ਹੈ ਹੀ ਨਹੀਂ ਹੈ।
ਜੇ ਇਸ ਧਰਤੀ ਤੇ ਜੇ ਕਿਸੇ ਨੇ ਮਰਜ਼ਾਦਾ ਰੱਬ ਦੀ ਤੋੜੀ ਹੈ ਤੇ ਉਹ ਬੰਦਾ ਹੈ। ਬੰਦੇ ਨੇ ਤੋੜੀ ਰੱਬ ਦੀ ਮਰਜ਼ਾਦਾ। ਅਜੇ ਤੱਕ ਸ਼ੇਰ ਨੇ ਰੱਬ ਦੀ ਮਰਜ਼ਾਦਾ ਨਹੀਂ ਤੋੜੀ। ਗਊ ਭੁੱਖੀ ਮਰ ਜੂ, ਉਹ ਮਾਸ ਨਹੀਂ ਖਾਏਗੀ। ਪਿੱਛੇ ਕਹਿੰਦੇ ਆ ਕਿ ਅਮਰੀਕਾ ਦੇ ਅੰਦਰ ਗਾਈਆਂ ਨੂੰ ਮਾਸ ਸੁਕਾ ਕੇ ਕਿਸੇ ਫੀਡ ਦੇ ਵਿੱਚ ਪਾ ਕੇ ਨਾ, ਮਾਸ ਸੁਕਾ ਕੇ ਉਹਦਾ ਪਾਊਡਰ ਬਣਾ ਕੇ ਤੇ ਫੀਡ ਵਿੱਚ ਪਾ ਕੇ ਤੇ ਗਊਆਂ ਨੂੰ ਖਵਾ ਦਿੱਤਾ ਗਿਆ। 2.5 ਲੱਖ ਗਾਂ ਮਰ ਗਈ ਮਾਸ ਖਾ ਕੇ, 2.5 ਲੱਖ। ਕਿਉਂਕਿ ਰੱਬ ਦੀ ਮਰਜ਼ਾਦਾ ਨੂੰ ਤੁਸੀਂ ਤੋੜਿਆ ਤੇ ਉਹ ਗਾਈਆਂ ਵੀ ਮਰ ਗਈਆਂ। ਬੰਦਾ ਤੇ ਰੱਬ ਦੀ ਮਰਜ਼ਾਦਾ 'ਚ ਹੈ ਹੀ ਨਹੀਂ ਹੈ। ਇਹ ਤਾਂ ਰੱਬ ਦੀ ਮਰਜ਼ਾਦਾ ਚਾਹੇਗਾ ਜਿੱਦਣ ਇਹ ਗੁਰੂ ਦੇ ਲੜ ਲੱਗ ਜਾਏਗਾ, ਗੁਰੂ ਇਹਨੂੰ ਰਾਹ ਪਾਦਰ ਗੁਰ ਦੱਸੇ। ਉਹਨਾਂ ਚਿਰ ਤੇ ਆਪਣੀਆਂ ਮਰਜ਼ਾਦਾ ਨੇ, ਹਰ ਸੰਪਰਦਾ ਦੀ ਆਪਣੀ ਮਰਜ਼ਾਦਾ ਹੈ, ਹਰ ਧਰਮ ਦੀ ਆਪਣੀ ਮਰਜ਼ਾਦਾ ਹੈ। ਕੋਈ ਕਹਿੰਦਾ ਮਾਸ ਖਾਣਾ ਪੁੰਨ ਹੈ, ਕੋਈ ਕਹਿੰਦਾ ਮਾਸ ਖਾਣਾ ਪਾਪ ਹੈ। ਹਰ ਵਿਅਕਤੀ ਨੇ ਆਪਣੀ ਮਰਜ਼ਾਦਾ ਬਣਾਈ ਹੋਈ ਹੈ। ਇੱਕ ਮਨੁੱਖ ਨੂੰ ਛੱਡ ਕੇ ਬਾਕੀ 84 ਲੱਖ ਜੂਨ ਸਾਰੇ ਰੱਬ ਦੇ ਹੁਕਮ 'ਚ ਬੈਠੇ ਹੋਏ ਨੇ। ਹੁਕਮੇ ਅੰਦਰ ਸਭ ਕੋ, ਸਾਰੇ ਹੁਕਮ 'ਚ ਨੇ। ਸੂਰਜ, ਚੰਦਰਮਾ, ਧਰਤੀ, ਆਕਾਸ਼, ਜੋ ਵੀ ਕੁਝ ਹੈ ਸਭ ਉਹਦੇ ਹੁਕਮ ਵਿੱਚ ਨੇ। ਕੋਈ ਹੈ ਹੁਕਮ ਤੋਂ ਬਾਹਰ? ਅਸੀਂ ਪੜ੍ਹਦੇ ਨਾ ਅੱਜ ਸਾਡੀ ਪੌੜੀ, ਨਾਨਕ ਹੁਕਮੇ ਜੇ ਬੁੱਝੇ, ਹੁਕਮੇ ਅੰਦਰ ਸਭ ਕੋ। ਸੀਹਾਂ ਬਾਜਾਂ ਚਰਗਾਂ ਕੂਈਆਂ, ਇਨਾਂ ਖਵਾਲੇ ਘਾਹ ਖਾਣ ਤਿੰਨਾ ਮਾਸ ਖਵਾਲੇ, ਇਹ ਚਲਾਏ ਰਾਹ। ਨਦੀਆਂ ਵਿੱਚ ਟਿੱਬੇ ਦਖਾਲੇ, ਜਿੱਥੇ ਦਰਿਆ ਵਗਦੇ ਨੇ, ਜੇ ਪਰਮੇਸ਼ਰ ਚਾਹੇ ਤੇ ਉੱਥੇ ਵੱਡੇ ਵੱਡੇ ਪਹਾੜ ਬਣ ਸਕਦੇ ਨੇ। ਹੁਕਮੀ ਹੋਵਣ ਆਕਾਰ, ਜੇ ਦਰਿਆ ਵੀ ਉਹਦੇ ਭਾਣੇ 'ਚ ਨੇ। ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਭੈ ਕੋ ਕਰੋੜੀ ਚਲਤਨ ਅੰਤ, ਭੈ ਵਿੱਚ ਸਿੱਧ ਬੁੱਧ ਸਰਨਾਥ, ਭੈ ਵਿੱਚ ਆ ਡਾਣੇ ਆਕਾਸ, ਭੈ ਵਿੱਚ ਚੰਦ ਸੂਰਜ ਅਵਤਾਰ। ਸਾਰੇ ਉਹਦੇ ਹੁਕਮ 'ਚ ਨੇ, ਭੈ ਵਿੱਚ ਨੇ, ਤਾਂ ਹੀ ਇਹ ਚੱਲ ਰਹੇ ਨੇ। ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਅਸਗਾ, ਕੀੜਾ ਥਾਪ ਦੇ ਪਾਤਸ਼ਾਹੀ। ਜੇ ਪਰਮੇਸ਼ਰ ਚਾਹੇ ਤੇ ਜਿਸ ਦੀ ਹੋਂਦ ਹੀ ਕੋਈ ਨਹੀਂ ਹੈ, ਉਹਨੂੰ ਰਾਜ ਪਦਵੀ ਦੇ ਸਕਦਾ ਹੈ। ਤੇ ਜੇ ਪਰਮੇਸ਼ਰ ਚਾਹੇ ਤੇ ਬੜੇ ਬੜੇ ਰਾਜ ਸਿੰਘਾਸਣਾਂ ਤੇ ਬੈਠਿਆਂ ਹੋਇਆਂ ਨੂੰ ਘਾਹ ਖਤਾ ਸਕਦਾ ਹੈ। ਜਿੱਦਾਂ ਮਹਾਰਾਜ ਕਹਿੰਦੇ, ਨਦਰ ਪੱਠੀ ਜੇ ਕਰੇ ਸਲਤਾਨਾ ਘਾਉ ਕਰਾਇੰਦਾ। ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਅਸਗਾ, ਕੀੜਾ ਥਾਪ ਦੇ ਪਾਤਸ਼ਾਹੀ। ਲਸ਼ਕਰ ਕਰੇ ਸਵਾਹ, ਤੇ ਬੜੀਆਂ ਬੜੀਆਂ ਫੌਜਾਂ ਦੇ ਮਾਲਕਾਂ ਨੂੰ ਸਵਾਹ ਕਰਕੇ ਰੱਖ ਦਿੰਦਾ ਹੈ। ਆ ਕਹਿੰਦੇ ਹੁਣ ਲੜਾਈ ਜੀ ਲੱਗਣ ਲੱਗੀ ਆ, ਇੰਨਾ ਗੋਲਾ, ਬੰਦੂਕਾਂ, ਤੋਪਾਂ, ਐਟਮ ਬੰਬ, ਮਿਜ਼ਾਈਲਾਂ ਬਣਾਈਆਂ, ਬੰਦੇ ਮਾਰਨ ਵਾਸਤੇ ਬਣਾਈਆਂ, ਮਾਰਨੇ ਇਹਨਾਂ ਨੇ। ਜਿੰਨਾ ਗੋਲਾ ਬਰੂਦ ਬੰਦੇ ਨੇ ਬੰਦੇ ਨੂੰ ਮਾਰਨ ਵਾਸਤੇ ਬਣਾ ਲਿਆ, ਇਹ ਹੁਣ ਚੱਲਣਾ ਹੀ ਚੱਲਣਾ ਵਾ, ਇਹਨੇ ਮਾਰਨੇ ਬੰਦੇ। ਮਰ ਕਹਿੰਦੇ ਲਸ਼ਕਰ ਕਰੇ ਸਵਾਹ, ਕੀੜਾ ਥਾਪ ਦੇ ਪਾਤਸ਼ਾਹੀ। ਲਸ਼ਕਰ ਕਰੇ ਸਵਾਹ, ਜੇਤੇ ਜੀਵੇ ਲੈ ਸਾਹ। ਜਿੰਨੇ ਵੀ ਧਰਤੀ ਉੱਤੇ ਜੀ ਜੰਤੂ ਨੇ, ਸਾਰੇ ਸਾਹ ਲੈ ਕੇ ਜੀਂਦੇ ਨੇ। ਜੀ ਵਾਲੇ ਤਾਂ ਕਿ ਅਸਾ, ਜੇ ਪਰਮੇਸ਼ਰ ਚਾਵੇ ਪ੍ਰਭ ਭਾਵੇ, ਬਿਨ ਸਾਸ ਤੇ ਰਾਖੇ। ਬਿਨਾਂ ਸਾਹ ਤੋਂ ਵੀ ਬੰਦਾ ਜੀ ਸਕਦਾ, ਜੇ ਪਰਮੇਸ਼ਰ ਨੂੰ ਭਾਵੇ ਤਾਂ। ਪ੍ਰਭ ਭਾਵੇ ਬਿਨ ਸਾਸ ਤੇ ਰਾਖੇ, ਜੇਤੇ ਜੀਵੇ ਲੈ ਸਾਹ। ਜੀਵਾਲੇ ਤਾਂ ਕਿ ਅਸਾ, ਨਾਨਕ ਜਿਉ ਜਿਉ ਸੱਚੇ ਭਾਵੇ।
ਜਿੱਦਾਂ ਜਿੱਦਾਂ ਪਰਮੇਸ਼ਰ ਨੂੰ ਭਾਉਂਦਾ ਹੈ ਤਿਉਂ ਤਿਉਂ ਦੇ ਗਰਾ। ਉਹਨੇ ਹਰੇਕ ਨੂੰ ਉਹ ਆਪਣੀ ਗਰਾਹ ਦਿੱਤੀ ਹੋਈ ਆ, ਖੁਰਾਕ ਦਿੱਤੀ ਹੋਈ ਆ। ਬਗਲੇ ਦੀ ਆਪਣੀ ਖੁਰਾਕ ਹੈ, ਹੰਸ ਦੀ ਆਪਣੀ ਖੁਰਾਕ ਹੈ। ਜਿਹੜਾ ਇਹਦਾ ਪੌੜੀ ਨਹੀਂ ਆਉਂਦੀ ਆਪਣਾ ਕਿ ਹੁਕਮੀ ਉੱਤਮ ਨੀਚ। ਹੰਸ ਆਪਣੇ ਆਪ ਉੱਤਮ ਨਹੀਂ ਹੈ, ਨਹੀਂ ਨਹੀਂ, ਉਸ ਨੂੰ ਕਿਸੇ ਨੇ ਉੱਤਮ ਬਣਾਇਆ ਹੈ। ਬਗਲਾ ਆਪਣੇ ਆਪ ਨੀਚ ਨਹੀਂ ਬਣਿਆ। ਇਹ ਹੁਕਮੀ ਉੱਤਮ ਨੀਚ ਹੈ। ਉਹਦੇ ਹੁਕਮ 'ਚ ਕੋਈ ਉੱਤਮ ਹੈ, ਉਹਦੇ ਹੁਕਮ 'ਚ ਕੋਈ ਨੀਚ ਹੈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਏ। ਖੈਰ ਆਓ ਹੁਣ ਆਪਾਂ ਜਿਹੜੀ ਪੌੜੀ ਮਾਂ ਨੇ ਆਰੰਭ ਕੀਤੀ ਹੈ ਅਗਲੀ, ਕਿ ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਏ। ਅਗਲੀ ਪੌੜੀ ਮਾਂ ਨੇ ਇੱਥੋਂ ਆਰੰਭ ਕਰਦੀ, ਹੁਕਮੀ ਹੋਵਣ ਆਕਾਰ। ਇਹ ਜਿੰਨਾ ਵੀ ਆਕਾਰ ਹੈ, ਪਸਾਰਾ ਹੈ, ਇਹ ਰੱਬ ਦੇ ਹੁਕਮ ਵਿੱਚ ਹੋਇਆ ਹੈ। ਹੁਕਮੀ ਹੋਵਣ ਆਕਾਰ। ਉਹ ਪਿੱਛੇ ਜੇ ਰੌਲਾ ਪੈ ਗਿਆ ਸੀ ਨਾ, ਗਲੇਸ਼ੀਅਰ ਖੁਰ ਗਿਆ, ਬਰਫ਼ ਖੁਰ ਗਈ ਹੈ। ਉਹ ਕੋ ਗਿਆਨੀ ਕਥਾ ਕਰਨ ਦੇ, ਕਹਿੰਦਾ ਖੁਰ ਗਈ ਤੇ ਫਿਕਰ ਕਿਸ ਚੀਜ਼ ਦਾ ਹੈ? ਇਹ ਬਰਫ਼ ਤੁਹਾਡੇ ਬੁੱਢੇ ਨੇ ਬਣਾਈ, ਬਾਪੂ ਨੇ ਬਣਾਈ, ਖੁਰ ਗਈ ਤੇ ਤੁਹਾਨੂੰ ਬੜਾ ਫਿਕਰ ਪੈ ਗਿਆ, ਬਰਫ਼ ਖੁਰ ਗਈ ਤੇ ਹੁਣ ਉਹਦੇ ਨਾਲੋਂ 4 ਗੁਣਾ ਵੱਧ ਬਰਫ਼ ਪੈ ਗਈ ਆ। ਜੇ ਖੋਰੀ ਉਸਨੇ ਤੇ ਬਣਾ ਵੀ ਉਹ ਦਿੰਦਾ, ਇਹਦੇ ਵਿੱਚ ਚਿੰਤਾ ਵਾਲੀ ਕਿਹੜੀ ਗੱਲ ਹੈ? ਮਹਾਰਾਜ ਕਹਿੰਦੇ ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ। ਇਹ ਜੋ ਕੁਛ ਧਰਤੀ ਤੇ ਬਣਿਆ ਹੈ ਰੱਬ ਦੇ ਹੁਕਮ ਮੁਤਾਬਕ ਹੀ ਬਣਿਆ, ਤੇ ਉਹਦੇ ਹੁਕਮ ਨੂੰ ਕੋਈ ਕਹਿ ਨਹੀਂ ਸਕਦਾ। ਬਸ ਗੱਲ ਆ ਵਾ। ਹੁਕਮੀ ਸਾਜੇ ਹੁਕਮੀ ਢਾਏ, ਇੱਕ ਚੱਸੇ ਮੇ ਲੱਖ। ਸਭ ਕੋ ਨੱਥੇ ਨੱਥਿਆ, ਤੋੜੇ ਬਖਸ਼ੇ ਨੱਥ। ਜਿੱਦਾਂ ਗੁਰੂ ਅੰਗਦ ਸਾਹਿਬ ਨੇ ਕਹਿੰਦੇ ਕਿ ਨੱਕ ਨੱਥ, ਸਾਡੇ ਨੱਕ ਦੇ ਵਿੱਚ ਅਥਵਾ ਜਿੰਨੇ ਜੀ ਜੰਤੂ ਨੇ, ਸਾਰਿਆਂ ਦੇ ਨੱਕ ਦੇ ਵਿੱਚ ਰੱਬ ਦੀ ਹੁਕਮ ਰੂਪੀ ਨੱਥ ਪਈ ਹੋਈ ਹੈ। ਨੱਕ ਨੱਥ, ਤੇ ਜਿਹੜੀ ਨੱਕ ਵਾ ਉਹ ਖਸਮ ਹੱਥ, ਉਹਦੇ ਹੱਥ ਵਿੱਚ ਵਾ। ਨੱਕ ਵਿੱਚ ਨੱਥ ਪਾ ਦਿਓ ਤੇ ਨੱਥ ਵਿੱਚ ਰੱਸਾ ਹੁੰਦਾ ਹੈ, ਤੇ ਰੱਸਾ ਜਿਹੜਾ ਉਹਨੇ ਆਪਣੇ ਹੱਥ 'ਚ ਫੜਿਆ ਹੋਇਆ ਹੈ। ਆਖਿਆ ਕੋਈ ਮਰਜ਼ਾਦਾ ਭੰਗ ਕਰ ਦਵੇ, ਸ਼ੇਰ ਆਪਣੀ ਮਰਜ਼ਾਦਾ ਭੰਗ ਕਰ ਸਕਦਾ, ਕੁੱਤਾ ਆਪਣੀ ਮਰਜ਼ਾਦਾ ਨਹੀਂ ਭੰਗ, ਕੋਈ ਨਹੀਂ ਭੰਗ ਕਰ ਸਕਦਾ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ। ਤੇ ਜਿਹੜੇ ਬੰਦੇ ਦੇ ਜਿੱਥੇ ਜਿੱਥੇ ਇਹਦੇ ਕਰਮ ਕੀਤੇ, ਉਹਨੇ ਕਰਮ ਇਸ ਨੂੰ ਧੱਕੇ ਮਾਰਦੇ ਨੇ, ਇਹਦੀ ਕਿਰਤ ਇਹਨੂੰ ਧੱਕੇ ਮਾਰਦੀ ਆ। ਜਹਾਂ ਦਾਣੇ ਤਹਾਂ ਖਾਣੇ, ਤੇ ਜਿੱਥੇ ਜਿੱਥੇ ਰੱਬ ਨੇ ਸਾਡਾ ਦਾਣਾ ਖਿਲਾਰ ਦਿੱਤਾ, ਸਾਨੂੰ ਉੱਥੇ ਜਾ ਕੇ ਚੁਗਣਾ ਪੈਂਦਾ ਹੈ। ਸਾਰੇ ਚੁਗਦੇ ਨੇ, ਜਾਨਵਰ ਵੀ ਸਾਰੇ ਚੁਗਦੇ ਨੇ। ਤੇ ਵੱਡੀ ਗੱਲ ਇਹ ਹੈ ਕਿ ਜਿੰਨਾ ਵੀ 84 ਲੱਖ ਜੂਨ ਪਰਮੇਸ਼ਰ ਨੇ ਬਣਾਈ ਹੈ, ਸਾਰੇ ਹੀ ਖਾਂਦੇ ਨੇ। ਪਰ ਉਹਦੇ ਵਿੱਚ ਇੱਕ ਮਨੁੱਖ ਹੀ ਆ ਜਿਹਨੂੰ ਕਮਾ ਕੇ ਖਾਣਾ ਪੈਂਦਾ, ਬਾਕੀ ਸਾਰੇ ਬਹਿ ਕੇ ਖਾਂਦੇ ਨੇ। ਕਿਸੇ ਵੀ ਜਾਨਵਰ ਦੇ ਹੱਥ ਨਹੀਂ ਹੈ, ਕੇਵਲ ਚੁੰਝ ਵਾ, ਕਿਉਂਕਿ ਉਹਨਾਂ ਕੇਵਲ ਖਾਣਾ ਹੈ ਰੱਬ ਦਾ ਦਿੱਤਾ, ਤੇਰਾ ਦਿੱਤਾ ਖਾਵਣਾ। ਸਾਨੂੰ ਹੱਥ ਲਾ ਦਿੱਤੇ ਵੀ ਤੁਸਾਂ ਕਮਾ ਕੇ ਖਾਣਾ ਵਾ, ਜਿੱਥੋਂ ਪੰਗਾ ਪੈ ਗਿਆ, ਬਾਕੀ ਸਾਰੇ ਬਹਿ ਕੇ ਖਾਣ ਦੇ ਨੇ। 42 ਲੱਖ ਜੀ ਜਲ ਮੇ ਹੋਤੇ, ਬੀਠਲ ਪਹਿਲਾ ਕਾਹੇ ਕਰੋ। 42 ਲੱਖ ਜੀ ਜੰਤੂ ਧਰਤੀ ਨੇ, ਤੇ 42 ਲੱਖ 42 ਦੂਣਾ 84, 42 ਲੱਖ ਜੀ ਜੰਤੂ ਪਾਣੀ 'ਚ ਬੈਠਾ, ਉਹ ਸਾਰਾ ਬਹਿ ਕੇ ਹੀ ਖਾਣ ਦਿਆ, ਕੋਈ ਨਹੀਂ ਕਿਰਤ ਨਾ
ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੈ ਜਲ ਮੇ ਜੰਤੂ ਪਾਇਨ ਤਿਨਾ ਪਿਰੋਜੀ ਦੇ। ਉਥੇ ਹਟ ਨ ਚੱਲਈ ਨਾ ਕੋ ਕਿਰਸ ਕਰੇ। ਕਿਰਸ ਕੇਵਲ ਮਨੁੱਖੀ ਕਰਦਾ ਹੈ, ਕਿਰਤ ਕੇਵਲ ਮਨੁੱਖੀ ਕਰਦਾ ਹੈ 84 ਲੱਖ ਜੂਨ ਚ, ਬਾਕੀ ਸਾਰੇ ਬਹਿਕੇ ਹੀ ਖਾਂਦੇ ਨੇ। ਉਥੇ ਹਟ ਨ ਚੱਲਈ ਨਾ ਕੋ ਕਿਰਸ ਕਰੇ। ਸੌਦਾ ਮੂਲ ਨ ਹੋਵਈ ਨਾ ਕੋ ਲੈ ਨ ਦੇ। ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ। ਵੇਚੋ ਪਾਏ ਸੈਰਾਂ। ਜੇ ਉਸਨੇ ਹੁਕਮੀ ਹੋਵਣ ਆਕਾਰ, ਜੇ ਉਹਦੇ ਹੁਕਮ ਵਿੱਚ ਇਹ ਆਕਾਰ ਬਣਿਆ, ਸੰਸਾਰ ਬਣਿਆ, ਸਮੁੰਦਰ ਬਣਿਆ, ਤੇ ਸਮੁੰਦਰ ਵਿੱਚ ਜੀ ਜੰਤੂ ਵੀ ਉਹਦੇ ਹੁਕਮ ਵਿੱਚ ਹੀ ਬਣੇ ਹੋਏ ਨੇ। ਤੇ ਉਹਨਾਂ ਦੀ ਪਾਣੀ ਦੇ ਜੀਵਾਂ ਦੀ ਆਪਣੀ ਮਰਜ਼ਾਦਾ। ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਏ। ਇੱਕ ਹੁਕਮੀ ਹੋਵਣ ਜੀ। ਜੇ ਦਿਸਦੇ ਧਰਤੀ ਆਕਾਸ਼ ਚੰਦਰਮਾ ਜੋ ਵੀ, ਜਿਸ ਤਰ੍ਹਾਂ ਕਬੀਰ ਸਾਹਿਬ ਨੇ ਨਹੀਂ ਕਿਹਾ ਕਿ ਉਹ ਜੋ ਦਿਸੇ ਅੰਬਰ ਤਾਰੇ ਕਿਨ ਉਹ ਚੀਤੇ ਚੀਤਨ ਹਾਰੇ। ਕਹਿਣ ਲੱਗੇ ਰਾਤ ਨੂੰ ਤੁਸੀਂ ਕਦੀ ਉੱਤੇ ਤਾਰੇ ਦੇਖਦੇ ਹੋ, ਚੰਦਰਮਾ ਦੇਖਦੇ ਹੋ, ਉਹ ਕਿੰਨੇ ਬਣਾਏ ਨੇ? ਹੁਕਮੀ ਹੋਵਣ ਆਕਾਰ। ਉਹ ਜੋ ਦਿਸੇ ਅੰਬਰ ਤਾਰੇ ਕਿਨ ਉਹ ਚੀਤੇ ਚੀਤਨ ਹਾਰੇ। ਉਹ ਕਿਸਨੇ ਚਿਤਰੇ ਹੋਏ ਨੇ? ਕਹੁਰੇ ਪੰਡਤ ਅੰਬਰ ਕਾਂਸੋਂ ਲਾਗਾ। ਇਹ ਚੰਦਰਮਾ ਉੱਤੇ ਆ, ਸੂਰਜ ਉੱਤੇ ਆ, ਤਾਰੇ ਉੱਪਰ ਦਿਖਦੇ ਨੇ, ਉਹ ਕਿਹਦੇ ਨਾਲ ਜੁੜੇ ਹੋਏ ਨੇ? ਕਿੰਨੇ ਉਹਨਾਂ ਨੂੰ ਤਾਂ ਰੱਖਿਆ? ਠਾਂ ਕਿਉਂ ਨਹੀਂ ਆਉਂਦੇ ਉਹ? ਨਹੀਂ ਨਹੀਂ, ਭੈ ਵਿੱਚ ਚੰਦ ਸੂਰਜ ਅਵਤਾਰ, ਰੱਬ ਦੇ ਹੁਕਮ ਵਿੱਚ ਰੁਕੇ ਹੋਏ ਨੇ ਉਹ। ਕਹੁਰੇ ਪੰਡਤ ਅੰਬਰ ਕਾਂਸੋਂ ਲਾਗਾ। ਬੂਝੇ ਬੂਝਣ ਹਾਰ ਸੁਭਾਗਾ। ਪਰ ਇਸ ਬਾਤ ਨੂੰ ਕੋਈ ਵਿਰਲਾ ਹੀ ਜਾਣ ਸਕਦਾ ਹੈ। ਖਲ ਪੰਡਤ ਤੇ ਮੂਰਖ ਕਰ ਦੋ, ਮੂਰਖ ਪੰਡਤ ਤੇ ਮੁਕਦਾਰੀ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮਿਹਰ ਕਰਾਵੇ। ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਰਾਵੇ। ਕਿਉਂਕਿ ਇਹ ਜਿਹੜੀ ਪੌੜੀ ਦੂਸਰੀ ਪੌੜੀ ਹੈ, ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ। ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ। ਕਹੁਰੇ ਪੰਡਤ ਅੰਬਰ ਕਾਂਸੋਂ ਲਾਗਾ। ਬੂਝੇ ਬੂਝਣ ਹਾਰ ਸੁਭਾਗਾ। ਕੋਈ ਵਿਰਲਾ ਭਾਗਾਂ ਵਾਲਾ ਹੀ ਇਸ ਨੂੰ ਜਾਣਦਾ ਹੈ। ਚੰਦ ਸੂਰਜ ਕਰੇ ਉਜਿਆਰਾ। ਕਹਿੰਦੇ ਸੂਰਜ ਚਮਕ ਰਿਹਾ ਤੇ ਇਹ ਚਮਕ ਕਿੱਥੋਂ ਆ ਰਹੀ ਹੈ? ਸੂਰਜ ਵਿੱਚ ਚੰਦਰਮਾ ਚਮਕ ਰਿਹਾ ਤੇ ਚੰਦਰਮਾ 'ਚ ਚਮਕ ਕਿੱਥੋਂ ਆ? ਤਾਰੇ ਚਮਕ ਰਹੇ ਨੇ, ਉਹ ਕਿਉਂ ਚਮਕ ਰਹੇ ਨੇ? ਚੰਦ ਸੂਰਜ ਕਰੇ ਉਜਿਆਰਾ, ਸਭ ਮੇ ਪਸਰਿਆ ਬ੍ਰਹਮ ਪਸਾਰਾ। ਇਹ ਉਸ ਦਾ ਆਪਣਾ ਹੀ ਪਸਾਰਾ ਵਾ। ਹੁਕਮੀ ਹੋਣੇ ਆਕਾਰ, ਇਹ ਉਹਦੇ ਹੁਕਮ 'ਚ ਹੋਏ ਹੋਏ ਨੇ। ਹੁਕਮ ਨਾ ਕਹਿਆ ਜਾਈ। ਤੇ ਬੰਦੇ ਉਸ ਦਾ ਹੁਕਮ ਬਿਆਨ ਨਹੀਂ ਕਰ ਸਕਦੇ ਕਿ ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਉਹਨੇ ਪਤਾ ਨਹੀਂ ਕੀ ਕਰਨਾ ਹੈ। ਆਪਣ ਭਾਵਨ ਕਰ, ਮੰਤਰੋ ਨਾ ਦੂਸਰ ਧਰ। ਓਪਤ ਪਰਲੋ ਏਕੇ ਨਿਮਖ ਤੋ ਕਰ। ਉਹਨੇ ਕਦੋਂ ਪਰਲੋ ਕਰ ਦੇਣੀ ਆ, ਕਦੋਂ ਉਹਨੇ ਉਤਪਤੀ ਕਰ ਦੇਣੀ ਆ, ਮਾਰ ਕਹਿੰਦੇ ਕੋਈ ਪਤਾ ਹੀ ਨਹੀਂਗਾ। ਹੁਕਮ ਨਾ ਕਹਿਆ ਜਾਈ। ਆਪਣ ਭਾਵਨ ਕਰ, ਉਹ ਆਪਣੀ ਮਰਜ਼ੀ ਕਰਦਾ ਹੈ। ਮੰਤਰ ਨਾ ਦੂਸਰੋ ਧਰ। ਉਹਨੇ ਕੋਈ ਸਲਾਹ ਮੰਤਰ ਹੀ ਨਹੀਂ ਰੱਖਿਆ ਹੋਇਆ ਵੀ ਕਿਸੇ ਨੂੰ ਪੁੱਛ ਕੇ ਕੁਝ ਕਰਨਾ ਹੈ। ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਣ ਜੀ। ਇਹ ਜਿੰਨੇ ਜੀ ਜੰਤੂ ਧਰਤੀ ਤੇ ਬਣੇ ਨੇ, ਇਹ ਕਿਸ ਤਰ੍ਹਾਂ ਬਣੇ ਨੇ? ਇਹਦੇ ਹੁਕਮ 'ਚ ਬਣੇ ਨੇ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਵੇ ਲੱਖ ਦਰਿਆਓ। ਉਹਦੇ ਹੁਕਮ 'ਚ ਹੀ ਬਣੇ ਹੋਏ ਨੇ। ਜਦੋਂ ਗੁਰੂ ਨਾਨਕ ਸਾਹਿਬ ਨੂੰ ਸਿੱਧ ਮਿਲਦੇ ਨੇ ਸਮੇਰ ਪਰਬਤ ਤੇ, ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਸਿੱਧ ਵੀ ਬਾਬਾ ਜੀ ਤੁਸੀਂ ਕਿੱਥੋਂ ਆਏ ਜੇ ਤੇ ਕਿੱਥੇ ਜਾਣਾ ਜੇ ਤੁਸੀਂ? ਕਹਿੰਦੇ ਹੁਕਮੇ ਆਏ ਸਹਿਜੇ ਆਏ, ਹੁਕਮ ਸਦਾਏ, ਨਾਨਕ ਸਦਾ ਰਜਾਏ। ਅਸੀਂ ਉਹਦੇ ਹੁਕਮ ਵਿੱਚ ਵਾਂ,
ਤੇ ਉਹਦੇ ਹੁਕਮ ਵਿੱਚ ਹੀ ਇੱਥੇ ਤੁਹਾਡੇ ਕੋਲ ਆ ਗਿਆ ਤੇ ਅੱਗੇ ਪਤਾ ਨਹੀਂ ਕਿੱਧਰ ਨੂੰ ਉਹਦਾ ਹੁਕਮ ਹੋ ਜਾਣਾ ਤੇ ਅਸੀਂ ਉਧਰ ਨੂੰ ਤੁਰ ਜਾਣਾ ਹੈ। ਹੁਕਮੇ ਆਏ ਸਹਿਜੇ ਆਏ ਹੁਕਮ ਰਜਾਏ, ਨਾਨਕ ਸਦਾ ਰਜਾਏ। ਅਸੀਂ ਉਹਦੀ ਰਜਾ 'ਚ ਰਹਿਣ ਵਾਲੇ ਆ। ਸਾਨੂੰ ਅਸੀਂ ਉਹਦੇ ਹੁਕਮ ਨਾਲ ਹੀ ਤੁਹਾਡੇ ਕੋਲ ਆਏ ਆ ਜੋਗੀਓ। ਤੇ ਗਾਂ ਪਤਾ ਨਹੀਂ ਕੀ ਹੁਕਮ ਹੋ ਜਾਣਾ ਤੇ ਅਸੀਂ ਕਿੱਧਰ ਨੂੰ ਤੁਰ ਜਾਣਾ, ਕੋਈ ਪਤਾ ਹੀ ਨਹੀਂ ਹੈ। ਮਤਾ ਕਰੇ ਪੱਛਮ ਕੇ ਤਾਹੀਂ, ਪੂਰਬ ਹੀ ਲੈ ਜਾਤ। ਜੋ ਅਨਰੂਪਿਓ ਠਾਕਰ ਹੋਈ ਰਹੀ ਸਾ ਬਾਤ। ਉਹੀ ਹੋਣਾ ਹੈ। ਬੰਦਾ ਤੇ ਰਾਤ ਨੂੰ ਮਤਾ ਪਕਾ ਕੇ ਸੌਂਦਾ ਵੀ ਸਵੇਰੇ ਪੱਛਮ ਨੂੰ ਜਾਵਾਂਗੇ। ਮਤਾ ਕਰੇ ਪੱਛਮ ਕੇ ਤਾਈ, ਤੇ ਸੂਰਜ ਚੜ੍ਹਨ ਤੋਂ ਪਹਿਲਾਂ ਇੱਕ ਹੋਰ ਸਿਆਪਾ ਪਿਆ ਹੁੰਦਾ, ਉਹ ਪੂਰਬ ਹੀ ਲੈ ਜਾਤ। ਪੂਰਬ ਨੂੰ ਜਾਣਾ ਪੈ ਜਾਂਦਾ ਬੰਦੇ ਨੂੰ। ਜੋ ਅਨਰੂਪਿਓ ਮੇਰੇ ਠਾਕਰ ਹੋਈ ਰਹੀ ਸਾ ਬਾਤ। ਉਹੀ ਹੋਣਾ ਹੈ। ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ। ਤੇ ਹੁਕਮੀ ਹੋਵਣ ਜੀ, ਇਹ ਜਿੰਨੇ ਵੀ ਜੀ ਜੰਤੂ ਜੋ ਕੁਛ ਵੀ ਆ, ਇੱਕ ਰਾਜੇ ਤਖਤ ਬਹਿ ਨਿਤ ਸੁਖੀਏ। ਜਿਨ੍ਹਾਂ ਨੂੰ ਤਖਤ ਪ੍ਰਾਪਤ ਹੁੰਦੇ ਨੇ, ਜਿਹੜੇ ਰਾਜੇ ਤਖਤਾਂ ਦੇ ਬੈਠ ਕੇ ਰਾਜ ਕਰਦੇ ਨੇ, ਮਹਾਰਾਜ ਕਹਿੰਦੇ ਇੱਕ ਰਾਜੇ ਤਖਤ ਬਹਿ ਨਿਤ ਸੁਖੀਏ, ਇੱਕ ਨਾ ਭਿੱਖ ਮੰਗਾਇਆ ਜੀਓ। ਕਈਆਂ ਨੂੰ ਨੇ ਤਖਤਾਂ ਉੱਤੇ ਬਿਠਾਇਆ ਹੋਇਆ ਹੈ ਤੇ ਮੌਜਾਂ ਪੈ ਕਰਦੇ ਨੇ, ਤੇ ਕਈ ਝੋਲੀਆਂ ਫੜ ਕੇ ਭੀਖ ਪਏ ਮੰਗਦੇ ਨੇ। ਇਹ ਉਹਦੇ ਹੁਕਮ ਦੀ ਆ ਗੱਲ ਹੈ। ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ। ਕਈਆਂ ਨੂੰ ਸਾਹਿਬ ਹੱਥ ਵਡਿਆਈਆਂ, ਕਈਆਂ ਨੂੰ ਪਰਮੇਸ਼ਰ ਨੇ ਵਡਿਆਈਆਂ ਬਖਸ਼ੀਆਂ ਹੋਈਆਂ ਨੇ, ਤੇ ਕਈਆਂ ਨੂੰ ਉਹਨੇ ਰਾਜੇ ਬਣਾਇਆ ਹੋਇਆ ਹੈ। ਇੱਕ ਰਾਜੇ ਤਖਤ ਬਹਿ ਨਿਤ ਸੁਖੀਏ, ਇੱਕ ਨਾ ਫੱਕਾ ਪਾਇਆ ਜੀ। ਇਹ ਫੱਕਾ ਹੁੰਦਾ ਅੱਜ ਕੱਲ੍ਹ, ਸ਼ਾਇਦ ਗਾਹ ਹੁਣ ਲੋਕਾਂ ਨੂੰ ਇਹ ਨਾਮ ਭੁੱਲ ਜਾਣਾ ਹੈ। ਬਾਣੀ 'ਚ ਇੱਕ ਵਾਰੀ ਫੱਕਾ ਸ਼ਬਦ ਆਉਂਦਾ। ਉਹ ਜਦੋਂ ਕਣਕਾਂ ਵੱਢੀ ਦੀਆਂ ਸੀ ਨਾ, ਤੇ ਮਹੀਨਾ ਮਹੀਨਾ ਕਣਕਾਂ ਵੱਢਦੇ ਰਹਿਣਾ ਦਾਤਰੀਆਂ ਦੇ ਨਾਲ। ਤੇ ਜਿੱਦਣ ਆਖਰੀ ਦਿਨ ਹੋਣਾ ਨਾ ਕਣਕ ਵੱਢਣ ਦਾ, ਜਿੱਦਣ ਸਮਾਪਤੀ ਹੋਣੀ, ਤੇ ਇੱਕ ਥੋੜੀ ਜਿਹੀ ਨੁੱਕਰ ਛੱਡ ਦੇਣੀ। ਆਖਣਾ ਇਹ ਫੱਕਾ ਛੱਡ ਦਿੱਤਾ। ਅਸੀਂ ਆਪ ਛੱਡਦੇ ਰਹੇ ਤੇ ਸਾਨੂੰ ਪਤਾ ਨਹੀਂ ਸੀ ਹੁੰਦਾ। ਨੁੱਕਰ ਜੀ ਛੱਡ ਦੇਣੀ ਹੈ। ਕੋਈ ਲਾਗੀ ਕੋਈ ਮੰਗਤਾ ਉਸ ਨੂੰ ਵੱਢ ਕੇ ਲੈ ਜਾਂਦਾ ਸੀ, ਤੇ ਜ਼ਿਮੀਂਦਾਰ ਨਹੀਂ ਸੀ ਵੱਢਦਾ ਹੁੰਦਾ। ਆਖਰੀ ਦਿਨ ਥੋੜਾ ਜਿਹਾ ਜਗ੍ਹਾ ਛੱਡ ਦੇਣੀ ਕਣਕ ਵੱਢਣੀ, ਇਹਨੂੰ ਕਹਿਣੇ ਫੱਕਾ ਛੱਡ ਦਿੱਤਾ। ਥੋੜਾ ਜਿਹਾ, ਉਹ ਫੱਕੇ ਦਾ ਮਤਲਬ ਥੋੜਾ ਜਿਹਾ। ਇੱਕ ਰਾਜੇ ਤਖਤ ਬਹਿ ਨਿਤ ਸੁਖੀ, ਇੱਕ ਨਾ ਫੱਕਾ ਪਾਇਆ ਜੀ। ਉਹ ਫੱਕਾ ਸ਼ਬਦ ਬਾਣੀ 'ਚ ਆਉਂਦਾ। ਇੱਕ ਨਾ ਆਟਾ ਅਗਲਾ, ਇੱਕ ਨਾ ਹੀ ਲੂਣ। ਕਈਆਂ ਕੋ ਖਾਣ ਨੂੰ ਲੂਣ ਦੀ ਡਲੀ ਬਣੀ ਹੈ, ਤੇ ਕਈਆਂ ਦੇ ਭੜੋਲੇ ਆਟਿਆਂ ਨਾਲ ਭਰੇ ਨੇ। ਕਈਆਂ ਕੋ 1 ਰੁਪਈਆ ਵੀ ਨਹੀਂ ਆ, ਤੇ ਕਈ ਮਾਈ ਬੈਂਕਾਂ ਭਰ ਕੇ ਬੈਠੇ ਹੋਏ ਨੇ। ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ। ਸਹਿ ਪ੍ਰੀਤਮ ਹੱਥ ਵਡਿਆਈਆਂ, ਜੈ ਭਾਵੇ ਤੈਂਦੇ। ਹੁਕਮੀ ਉੱਤਮ ਨੀਚ। ਅਗਲੀ ਤੁਕ ਜਿਹੜੀ ਆ ਨਾ, ਮਰ ਕਹਿੰਦੇ ਕੋਈ ਉੱਤਮ ਵਾ। ਕੁਝ ਜਿਸ ਤਰ੍ਹਾਂ ਪੰਛੀਆਂ ਵਿੱਚ ਹੰਸ ਉੱਤਮ ਵਾ, ਬਗਲਾ ਨੀਚ ਵਾ। ਬਗਲਾ ਨੀਚ ਕਾਗ ਕੀ ਸੰਗਤ, ਜਾ ਕਰੰਗ ਬਿਖੂ ਮੁਖ ਲਾਈਏ। ਤੁਮ ਚੰਦਨ ਹਮ ਰਿੰਡ ਬਾਪਰੇ। ਬਨਸਪਤੀ ਵਿੱਚੋਂ ਚੰਦਨ ਬੜਾ ਉੱਤਮ ਹੈ। ਹੁਕਮੀ ਉੱਤਮ ਨੀਚ। ਇੱਥੇ ਬੰਦਿਆਂ ਦੀ ਗੱਲ ਨਹੀਂ ਹੋਈ, ਇਸੇ ਪਰਮੇਸ਼ਰ ਨੇ ਜਿਹੜੀ ਸ੍ਰਿਸ਼ਟੀ ਰਚੀ ਆ ਉਹਦੇ 'ਚ ਕੀ ਕੀ ਰਚਿਆ ਹੈ। ਹੁਕਮੀ ਹੋਵਣ ਆਕਾਰ, ਇਹਦੇ ਹੁਕਮਾਂ ਤੇ ਉਹਦੇ ਹੁਕਮਾਂ ਤੇ ਆਕਾਰ ਬਣਿਆ। ਹੁਕਮੀ ਹੋਵਣ ਆਕਾਰ, ਤੇ ਹੁਕਮ ਨਾ ਕਹਿਆ ਜਾਈ। ਉਹਦੇ ਹੁਕਮ ਬਾਰੇ ਕੋਈ ਬੰਦਾ ਨਹੀਂ ਜਾਣਦਾ। ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ। ਕਿਸੇ ਨੂੰ ਧਰਤੀ ਤੇ ਬੜੀ ਵੱਡੀ ਵਡਿਆਈ ਮਿਲ ਜਾਂਦੀ ਹੈ, ਉਹ ਕਰਦੇ ਕੱਖ ਵੀ ਨਹੀਂ ਹੈ, ਪਰ ਸੰਸਾਰ ਉਹਨਾਂ ਨੂੰ ਵੱਡੀ ਵਡਿਆਈ ਬਖਸ਼ਦਾ ਹੈ।
ਕਿਉਂਕਿ ਰੱਬ ਨੇ ਉਹਨਾਂ ਦੇ ਭਾਗਾਂ ਵਿੱਚ ਵਡਿਆਈ ਬਖਸ਼ੀ ਹੋਈ ਹੈ, ਤੇ ਕਈ ਲੋਕ ਚੰਗਾ ਕੰਮ ਕਰਦੇ ਕਰਦੇ ਬਦਨਾਮੀ ਖੱਟ ਲੈਂਦੇ ਨੇ। ਕਈਆਂ ਨੂੰ ਸੁੱਤੇ ਸਿੱਧੀ ਵਡਿਆਈ ਮਿਲ ਜਾਂਦੀ ਹੈ, ਤੇ ਕਈ ਚੰਗਾ ਕੰਮ ਕਰਦੇ ਕਰਦੇ ਵੀ ਉਹਨਾਂ ਨੂੰ ਕਬੂ ਅਪਕੀਰਤ ਮੈਂ ਆਵੇ, ਅਪਕੀਰਤ ਮੈਨੇ ਨਿੰਦਾ ਹੋ ਜਾਣੀ, ਤੇ ਕਬੂ ਭਲਾ ਭਲਾ ਕਹਾਵੇ। ਕਿਸੇ ਦਾ ਇੱਥੇ ਬਹੁਤ ਜਸ ਹੋ ਰਿਹਾ ਤੇ ਕਿਸੇ ਦੀ ਇੱਥੇ ਬੜੀ ਨਿੰਦਾ ਹੋ ਰਹੀ ਹੈ। ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਕੁਝ ਵੀ ਨਹੀਂ ਕਰਦੇ ਤੇ ਵੱਡੀ ਵਡਿਆਈ ਮਿਲ ਜਾਂਦੀ ਆ। ਇਹ ਵੀ ਰੱਬ ਦੀ ਲੀਲਾ ਹੈ। ਤੇ ਕਈ ਕਰਦੇ ਬੜਾ ਕੁਛ ਨੇ ਤੇ ਫਿਰ ਬਦਨਾਮੀ ਮਿਲ ਜਾਂਦੀ ਹੈ। ਅਗਲਾ ਸ਼ਬਦ ਸੀ ਕਿ ਹੁਕਮੀ ਉੱਤਮ ਨੀਚ। ਕੁਝ ਪ੍ਰਜਾਤੀਆਂ ਨੇ ਬੜੀਆਂ ਉੱਤਮ ਨੇ। ਚੰਦਨ ਨੂੰ ਬੜਾ ਉੱਤਮ ਮੰਨਿਆ। ਤੁਮ ਚੰਦਨ ਅਮ ਅਰਿੰਡ, ਤੇ ਅਰਿੰਡ ਸਭ ਤੋਂ ਨਖਿੱਧ ਵਾ। ਚੰਦਨ ਨੂੰ ਉੱਤਮ ਕਿਸ ਨੇ ਬਣਾਇਆ ਹੈ? ਹੁਕਮੀ ਉੱਤਮ। ਇਹ ਰੱਬ ਦੇ ਹੁਕਮ ਦੇ ਨਾਲ ਉਹ ਉੱਤਮ ਹੈ। ਅਰਿੰਡ ਨਖਿੱਧ ਕਿਉਂ ਆ? ਇਹ ਹੁਕਮੀ ਉੱਤਮ ਨੀਚ, ਉਹਦੇ ਹੁਕਮ ਨਾਲ ਹੀ ਅਰਿੰਡ ਨਖਿੱਧ ਹੈ। ਤੇ ਨਖਿੱਧ ਦੀ ਵੀ ਬੜੀ ਲੋੜ ਵਾ। ਜੇ ਰੂੜੀ ਨਾ ਹੋਵੇ ਤੇ ਫੁੱਲ ਨਹੀਂ ਉੱਗ ਸਕਦੇ। ਫੁੱਲ ਰੂੜੀ ਉੱਤੇ ਉੱਗਿਆ ਹੋਵੇ, ਆਖੇ ਕਿ ਮੈਂ ਬਹੁਤ ਮਹਾਨ ਵਾਂ, ਪਰ ਉਹਨੂੰ ਕੌਣ ਸਮਝਾਵੇ ਤੇਰੀ ਮਹਾਨਤਾ ਇਸ ਰੂੜੀ ਦੇ ਵਿੱਚ ਛਿਪੀ ਹੋਈ ਹੈ। ਤੂੰ ਤਾਂ ਹੀ ਟਹਿ ਕਰਿਆ, ਮੈਂ ਕਰਿਆ, ਇਹ ਰੂੜੀ ਆ। ਇਹ ਰੂੜੀ ਤੇ ਇਹ ਫੁੱਲ ਉਹਦੇ ਹੁਕਮ ਵਿੱਚ ਨੇ, ਇਹ ਉਸਨੇ ਬਣਾਏ ਨੇ। ਹੁਕਮੀ ਉੱਤਮ ਨੀਚ। ਗੁਣਵਾਨ ਹੈ ਕੋਈ ਮੂਰਖ ਹੈ, ਕੋਈ ਕੌੜਾ ਹੈ, ਕੋਈ ਮਿੱਠਾ ਹੈ। ਜਿਹੜਾ ਕੌੜਾ ਹੈ ਉਹ ਨੀਚ ਵਾ, ਜਿਹੜਾ ਮੂਰਖ ਹੈ ਉਹ ਨੀਚ ਵਾ, ਜਿਹੜਾ ਬਗਲਾ ਵਾ ਉਹ ਨੀਚ ਵਾ, ਜਿਹੜਾ ਅਰਿੰਡ ਵਾ ਉਹ ਨੀਚ ਵਾ, ਜਿਹੜਾ ਚੰਦਨ ਵਾ ਇਹ ਉੱਤਮ ਹੈ। ਤੇ ਜੇ ਚੰਦਨ ਨੂੰ ਪੁੱਛਿਆ ਜਾਵੇ ਵੀ ਤੇਰੇ ਕੋਲ ਕਿੱਥੋਂ ਇਹ ਗੁਣਵੰਤਾ ਆਈ ਹੈ, ਇਹ ਚੰਦਨ ਤੂੰ ਬੜਾ ਉੱਤਮ ਹੈ, ਤੇ ਇਹ ਤੇਰੇ ਕੋ ਕਿੱਥੋਂ ਗੁਣ ਆਇਆ? ਕਹਿੰਦਾ ਮੇਰੇ ਵਿੱਚ ਤਾਂ ਕੋਈ ਪਾਇਆ ਹੀ ਨਹੀਂ ਹੈ। ਇਹ ਤਾਂ ਗੁਣ ਮੈਨੂੰ ਪਰਮੇਸ਼ਰ ਨੇ ਬਖਸ਼ਿਆ ਹੋਇਆ। ਸਭ ਗੁਣ ਤੇਰੇ ਮੈਂ ਨਾ ਹੀ ਕੋਈ। ਜਿੰਨੇ ਵੀ ਗੁਣ ਨੇ, ਔਸ਼ਧੀਆਂ ਨੇ, ਜੜੀਆਂ ਬੂਟੀਆਂ ਨੇ, ਉਹਨਾਂ ਦੀਆਂ ਵੱਖ-ਵੱਖ ਤਸੀਰਾਂ ਨੇ। ਹਾਂਜੀ, ਕਿੰਨੀਆਂ ਜੜੀਆਂ ਬੂਟੀਆਂ ਨੇ ਤੇ ਕਿੰਨੀਆਂ ਨਿੰਮ ਵਾ, ਉਹਦੇ ਵਿੱਚ ਕਿੱਡੀ ਵੱਡੀ ਤਸੀਰ ਵਾ। ਇਹ ਕਿਸ ਨੇ ਪੈਦਾ ਕੀਤੀਆਂ ਹੋਈਆਂ ਨੇ? ਇਹ ਉੱਤਮ ਨੀਚ ਕਿਸ ਨੇ? ਉੱਤਮ ਮੱਧਮ ਜਾਤੀ ਜਿਨਸੀ ਭਰਮ ਭਵੇ ਸੰਸਾਰ। ਇਹ ਉੱਤਮ ਜਾਤੀਆਂ, ਨੀਚ ਜਾਤੀਆਂ, ਪ੍ਰਜਾਤੀਆਂ, ਰੁੱਖ ਬਿਰਖ, ਕੋਈ ਉੱਚੇ ਨੇ, ਕੋਈ ਨੀਵੇਂ ਨੇ, ਇਹ ਕਿੱਥੋਂ ਪੈਦਾ ਹੋਏ ਨੇ? ਹੁਕਮੇ ਉੱਤਮ ਨੀਚਾ। ਇਹ ਉਹਦੇ ਹੁਕਮ ਦੇ ਨਾਲ ਹੀ ਸਭ ਕੁਝ ਹੋਇਆ ਹੈ, ਆਪਣੇ ਆਪ ਕੁਝ ਨਹੀਂ ਹੋਇਆ। ਇੱਕ ਨੂੰ ਉਹਨੇ ਉੱਤਮ ਬਣਾਤਾ, ਇੱਕ ਨੂੰ ਨੀਚ ਬਣਾ ਦਿੱਤਾ। ਹੋ ਸਕਦਾ ਹੈ ਉੱਤਮ ਨਾਲੋਂ ਨੀਚ ਦੀ ਵੱਧ ਲੋੜ ਹੋਵੇ ਧਰਤੀ ਨੂੰ। ਹੋ ਸਕਦਾ ਹੈ ਗੁਲਾਬ ਦੇ ਫੁੱਲ ਨਾਲੋਂ ਰੂੜੀ ਦੀ ਵੱਧ ਲੋੜ ਹੋਵੇ। ਉਸਨੇ ਕੁਝ ਵੀ ਜੋ ਵੀ ਕੁਝ ਕੀਤਾ ਨਾ, ਨਖਿੱਧ ਕੁਝ ਵੀ ਨਹੀਂ ਹੈ। ਸਾਡੀ ਸੋਚ ਮੁਤਾਬਕ ਨਖਿੱਧ ਹੋ ਸਕਦਾ ਹੈ, ਸਾਡੀ ਸੋਚ ਮੁਤਾਬਕ ਉੱਚਮ ਨੀਤਮ ਹੋ ਸਕਦਾ ਹੈ, ਉੱਤਮ ਨੀਚ ਹੋ ਸਕਦਾ ਹੈ, ਪਰ ਉਹਦੇ ਨਹੀਂ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਏ। ਕਈ ਬੜੇ ਦੁਖੀ ਨੇ, ਕਈ ਬੜੇ ਸੁਖੀ ਨੇ। ਇਸ ਵੇਲੇ ਤੇ ਹੁਣ ਸੁਖੀ ਲੱਭਣਾ ਹੀ ਬੜਾ ਮੁਸ਼ਕਲ ਹੈ। ਜਿਸ ਤਰ੍ਹਾਂ ਅਸੀਂ ਇੱਕ ਤੁਕ ਨਹੀਂ ਪੜ੍ਹਦੇ ਕਿ ਨਾਨਕ ਦੁਖੀਆ ਸਭ ਸੰਸਾਰ, ਤੇ ਇੱਕ ਤੁਕ ਅਸੀਂ ਕੋਲੋਂ ਪੜ੍ਹ ਲੈਂਦੇ ਹਾਂ, ਸੋ ਸੁਖੀਆ ਜਿਸ ਨਾਮ ਆਧਾਰ। ਇਹੀ ਆਪਣੇ ਕੋਲੋਂ ਪੜ੍ਹ ਲੈਂਦੇ ਹਾਂ, ਪਰ ਗੁਰੂ ਨਾਨਕ ਸਾਹਿਬ ਨੇ ਜਿਹੜਾ ਲਿਖਿਆ ਹੈ ਕਿ ਨਾਨਕ ਦੁਖੀਆ ਸਭ ਸੰਸਾਰ, ਤੇ ਮਰਦਾਨਾ ਕਹਿੰਦਾ ਨਹੀਂ ਬਾਬਾ ਜੀ, ਮੈਨੂੰ ਜਾਪਦਾ ਵੀ ਧਰਤੀ ਤੇ ਕੋਈ ਨਾ ਕੋਈ ਸੁਖੀ ਜ਼ਰੂਰ ਹੈਗਾ ਵਾ। ਕੇਤਿਆਂ ਦੁੱਖ ਭੂਖ ਸੱਦ ਮਾਰ,
ਇਹ ਵੀ ਦਾਤ ਤੇਰੀ ਦਾਤਾਰ। ਮਰਦਾਨਾ ਜੀ ਕਹਿਣ ਲੱਗੇ ਬਾਬਾ ਜੀ ਕੋਈ ਸੁਖੀ ਹੈਗੇ ਨੇ ਦੋ ਬੰਦੇ, ਮੈਂ ਵੇਹਨਾ ਵਾ ਧਰਤੀ ਉੱਤੇ ਸੁਖੀ ਬੈਠੇ ਨੇ, ਚਿੱਟੇ ਚਾਦਰੇ ਵਿਛੇ ਹੋਏ ਨੇ, ਢੋਆਂ ਲਾਈਆਂ, ਕੋਈ ਪੱਖੇ ਚੱਲਣ ਦਿਆ, ਤੇ ਮੈਨੂੰ ਜਾਪਦਾ ਵੀ ਆ ਸੇਠ ਹੋਣੀ ਬੜੇ ਸੁਖੀ ਨੇ, ਚਿੱਟੀ ਚਾਦਰ ਵਿਛੀ ਹੋਈ ਆ, ਢੋ ਲਾ ਕੇ ਬੈਠਾ ਹੋਇਆ ਵਾ, ਕਾਮੇ ਕੰਮ ਕਰਨ ਦੇ ਨੇ, ਇੱਕ ਸੇਵਕ ਪੱਖਾ ਝੱਲਣ ਦਿਆ, ਤੇ ਵੇਖ ਕਿੱਡਾ ਸੁਖੀ ਬੰਦਾ ਹੈ, ਤੇ ਤੁਸੀਂ ਕਹਿੰਦੇ ਨਾਨਕ ਦੁਖੀਆ ਸਭ ਸੰਸਾਰ। ਕਹਿਣ ਲੱਗੇ ਮਰਦਾਨਾ ਜੀ ਇਸ ਤਰ੍ਹਾਂ ਦੁੱਖ ਸੁੱਖ ਦਾ ਪਤਾ ਨਹੀਂ, ਬਿਨ ਸਤਿਗੁਰ ਦੁੱਖ ਸੁੱਖ ਜਾਪੇ ਨਹੀਂ। ਬਾਹਰ ਏਸੀ 'ਚ ਬੈਠਾ ਹੋਇਆ ਬੰਦਾ ਵਾਕਿਆ ਹੀ ਸਮਝਣ ਵਾਲਾ ਸਮਝੇਗਾ ਕਿ ਇਹ ਠੰਡਾ ਵਾ ਕਿ ਤੱਤਾ ਬੈਠਾ ਹੋਇਆ। ਹੁਣ ਆਮ ਬੰਦੇ ਤੋਂ ਮਹਿਸੂਸ ਹੋ ਜਾਊਗਾ ਲਓ ਜੀ ਏਸੀ ਕਮਰੇ 'ਚ ਬੈਠਾ ਹੋਇਆ, ਪਰ ਜਿਹੜਾ ਅੰਦਰੋਂ ਤਪਿਆ ਹੋਇਆ ਵਾ ਉਹ ਤਾਪਮਾਨ ਹੁਣ ਕੌਣ ਨਾਪੇਗਾ। ਬਾਹਰੋਂ ਸੁਖੀ ਦਿਖਦਾ ਹੋਇਆ ਬੰਦਾ ਹੋ ਸਕਦਾ ਅੰਦਰੋਂ ਬਹੁਤ ਵੱਡਾ ਦੁਖੀ ਹੋਵੇ, ਤੇ ਹੋ ਸਕਦਾ ਬਹੁਤ ਵੱਡਾ ਦੁਖੀ ਬਾਹਰੋਂ ਦਿਖਣ ਵਾਲਾ ਬਹੁਤ ਸੁਖੀ ਬੰਦਾ ਹੋਵੇ। ਭਾਈ ਤਾਰੂ ਸਿੰਘ ਦਾ ਖੋਪਰ ਲੱਥਾ ਹੋਇਆ ਬੜਾ ਦੁਖੀ ਹੈ ਵੇਖਣ ਵਾਲਿਆਂ ਦੀ ਨਿਗਾਹ 'ਚ, ਪਰ ਅੰਦਰੋਂ ਬੜਾ ਉਹ ਆਨੰਦ 'ਚ ਬੈਠਾ ਹੋਇਆ। ਮਤੀ ਦਾਸ ਤੇ ਆਰਾ ਚੱਲਣ ਦਿਆ, ਬੜਾ ਦੁੱਖ ਹੈ ਆਰਾ ਚਲਾਉਣਾ। ਮੈਂ ਤੇ ਬੜਾ ਹੈਰਾਨ ਹੈ ਆਪਣੀ ਕੌਮ ਤੇ, ਅਸੀਂ ਕਦੀ ਚਾਂਦਨੀ ਚੌਂਕ ਦੇ ਸ਼ਹੀਦਾਂ ਨੂੰ ਸ਼ਹੀਦ ਕਹਿੰਦੇ ਹੁੰਦੇ ਆ, ਐਕਸੀਡੈਂਟ ਨਾਲ ਮਰਨ ਵਾਲਿਆਂ ਨੂੰ ਕਦੀ ਸ਼ਹੀਦ ਨਹੀਂ ਕਿਹਾ ਜਾਂਦਾ। ਕੌਮ ਸ਼ਹੀਦ ਮੰਨ ਕੇ ਬੈਠੀ ਹੋਈ ਐਕਸੀਡੈਂਟ ਨਾਲ ਮਰਨ ਵਾਲੇ ਬੰਦੇ ਨੂੰ। ਇਹ ਸਿਆਣਪ ਕਿੱਥੋਂ ਆਊਗੀ ਸਾਡੇ ਕੋਲ? ਕਿ ਸੜਕ ਉੱਤੇ ਐਕਸੀਡੈਂਟ ਹੋ ਕੇ ਬੰਦਾ ਮਰ ਜੇ ਤੇ ਉਹ ਵੀ ਕੋਈ ਸ਼ਹੀਦ ਦੀ ਪਦਵੀ ਤੁਸੀਂ ਦੇਣਾ ਚਾਹੁੰਦੇ ਉਸ ਨੂੰ? ਫਿਰ ਧੰਨ ਗੁਰੂ ਤੇਗ ਬਹਾਦਰ ਦੇ ਬਰਾਬਰ ਤੁਸੀਂ ਉਸ ਵਿਅਕਤੀ ਨੂੰ ਬਿਠਾਉਣਾ ਚਾਹੁੰਦੇ ਵੀ ਇਹ ਵੀ ਸ਼ਹੀਦ ਵਾ। ਜੇ ਧੰਨ ਗੁਰੂ ਤੇਗ ਬਹਾਦਰ ਚਾਂਦਨੀ ਚੌਂਕ 'ਚ ਸ਼ਹੀਦ ਹੁੰਦੇ ਨੇ, ਤੇ ਜੇ ਐਕਸੀਡੈਂਟ ਨਾਲ ਕੋਈ ਮਰਨ ਵਾਲਾ ਬੰਦਾ ਵੀ ਸ਼ਹੀਦ ਹੁੰਦਾ ਹੈ, ਇਹ ਕੌਮ ਕਿਹੜੇ ਕੁਰਾਏ ਪੈ ਗਈ ਹੋਈ ਸਾਡੀ। ਮੈਨੂੰ ਕਹਿੰਦੇ ਬਾਬਾ ਜੀ ਇੱਦਾਂ ਦੀਆਂ ਗੱਲਾਂ ਨਾ ਕਰਿਆ ਕਰੋ, ਉਹ ਯਾਰ ਦੁੱਖ ਲੱਗਦਾ ਹੈ। ਇਹ ਤੁਹਾਨੂੰ ਇੱਕ ਸੜਕ ਤੇ ਐਕਸੀਡੈਂਟ ਨਾਲ ਮਰਨ ਵਾਲੇ ਬੰਦੇ ਨੂੰ ਤੁਸੀਂ ਧੰਨ ਗੁਰੂ ਤੇਗ ਬਹਾਦਰ ਦੇ ਵਾਲੀ ਪਦਵੀ ਦੇਣਾ ਚਾਹੁੰਦੇ ਹੋ? ਇਸ ਤਰ੍ਹਾਂ ਦੇ ਵਿਅਕਤੀ ਸ਼ਹੀਦ ਨਹੀਂ ਹੁੰਦੇ ਜਿਹੜੇ ਸੜਕਾਂ ਉੱਤੇ ਐਕਸੀਡੈਂਟ ਨਾਲ ਮਰ ਜਾਣ। ਉਹ ਕੋਈ ਵੀ ਮਰ ਜੇ, ਉਹ ਸ਼ਹੀਦ ਨਹੀਂ ਹੁੰਦਾ। ਪਰ ਕੌਣ ਕਹੇ? ਰੱਬ ਖੈਰ ਕਰੇ। ਕੋਈ ਬਾਹਰੋਂ ਦਿਖਣ ਵਾਲਾ ਦੁਖੀ ਬੰਦਾ ਹੋ ਸਕਦਾ ਹੈ ਅੰਦਰੋਂ ਸੁਖੀ ਹੋਵੇ, ਤੇ ਕੋਈ ਬੰਦਾ ਬਾਹਰੋਂ ਬਹੁਤ ਸੁਖੀ ਦਿਖਦਾ ਹੋਵੇ ਤੇ ਹੋ ਸਕਦਾ ਬਹੁਤ ਵੱਡਾ ਦੁਖੀ ਬੈਠਾ ਹੋਵੇ। ਜਦੋਂ ਮਰਦਾਨਾ ਜੀ ਨੇ ਆਖਿਆ ਬਾਬਾ ਜੀ ਤੁਸੀਂ ਕਹਿੰਦੇ ਹੋ ਦੁਖੀਆ ਦੁਨੀਆ, ਨਾਨਕ ਦੁਖੀਆ ਸਭ ਸੰਸਾਰ, ਤੇ ਮੈਨੂੰ ਉਹ ਬੰਦਾ ਬੜਾ ਸੁਖੀ ਲੱਗਦਾ ਹੈ। ਕਹਿਣ ਲੱਗੇ ਮਰਦਾਨਾ ਜੀ ਇਸ ਤਰ੍ਹਾਂ ਨਹੀਂ ਪਤਾ ਲੱਗਣਾ, ਉਹਨੂੰ ਪੁੱਛ ਕੇ ਆਓ। ਜਦੋਂ ਮਰਦਾਨਾ ਜੀ ਉਸ ਸੇਠ ਦੇ ਕੋਲ ਜਾਂਦੇ ਨੇ, ਕਹਿਣ ਲੱਗੇ ਸੇਠ ਜੀ ਤੁਹਾਨੂੰ ਕੋਈ ਦੁੱਖ ਤਾਂ ਨਹੀਂ ਹੈ? ਮੈਨੂੰ ਲੱਗਦਾ ਤੁਸੀਂ ਬੜੇ ਸੁਖੀ ਮਹਿਸੂਸ ਹੋ ਰਹੇ ਜੇ। ਇੱਕ ਸੇਵਕ ਤੁਹਾਨੂੰ ਪੱਖਾ ਝੱਲਣ ਦਿਆ, ਬਾਕੀ ਸੇਵਕ ਤੁਹਾਡੇ ਕੰਮ ਕਰਨ ਦੇ ਨੇ, ਤੇ ਤੁਸੀਂ ਆਨੰਦ 'ਚ ਬੈਠੇ ਜਾਪਦੇ ਹੋ। ਕਹਿਣ ਲੱਗੇ ਨਹੀਂ ਮਹਾਤਮਾ ਜੀ, ਮੈਂ ਜਿੰਨਾ ਦੁਖੀ ਆ ਸੈਨ ਧਰਤੀ ਤੇ ਕੋਈ ਦੁਖੀ ਬੈਠਾ ਹੋਵੇ, ਕਿਉਂਕਿ ਬਿਨ ਸਤਿਗੁਰ ਦੁੱਖ ਸੁੱਖ ਜਾਪੇ ਨਾਹੀ। ਦੁੱਖ ਕੀ ਆ ਇਸ ਦਾ ਵੀ ਪਤਾ ਨਹੀਂ ਹੈ ਸਾਨੂੰ, ਤੇ ਸੁੱਖ ਕੀ ਆ ਇਸ ਦਾ ਵੀ ਪਤਾ ਨਹੀਂ ਹੈ। ਜਿਹਨਾਂ ਨੇ ਦੁੱਖ ਮਾਰ ਕਹਿੰਦੇ ਇਹ ਦੁੱਖ ਦਾ ਤੇ ਸੁੱਖ ਦਾ ਪਤਾ ਕੇਵਲ ਗੁਰਮੁਖਾਂ ਨੂੰ ਹੁੰਦਾ ਹੈ। ਤੇ ਕੇਤਿਆਂ ਦੁੱਖ ਭੂਖ ਸਦ ਮਾਰ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ। ਮਾਰ ਕਹਿੰਦੇ ਇਹ ਜਿਹੜਾ ਸੰਸਾਰ ਉੱਤੇ ਰੱਬ ਨੇ ਦੁੱਖ ਰੱਖਿਆ ਨਾ, ਇਹ ਵੀ ਉਸ ਦੀ ਦਾਤ ਹੈ। ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਵੀ ਦਾਤ ਤੇਰੀ ਦਤਾਰ। ਸੁੱਖ ਨੂੰ ਤੇ ਅਸੀਂ ਮੰਨ ਸਕਦੇ ਹਾਂ ਵੀ ਤੇਰੀ ਦਤਾਰ ਦਾਤ ਵਾ, ਪਰ ਦੁੱਖ ਨੂੰ ਨਹੀਂ ਅਸੀਂ ਮੰਨ ਸਕਦੇ। ਇਹ ਕੇਵਲ ਗੁਰਮੁਖ ਹੀ ਮੰਨ ਸਕਦਾ ਕਿ ਵਾਕਿਆ ਪਰਮੇਸ਼ਰ ਜਿਹੜਾ ਤੂੰ ਦੁੱਖ ਬਣਾਇਆ ਨਾ। ਮੈਂ ਇੱਕ ਗੱਲ ਛੋਟੀ ਜੀ ਕਹਾਂ ਕਿ ਬਹੁਤ ਵੱਡਾ ਫਿਲਾਸਫਰ ਹੋਇਆ ਹੈ
ਸੁਕਰਾਤ बड़ा ज्ञानी होया ते उन्हें किसी ने पूछा तुसी बड़े ज्ञानी हो, ये ज्ञान तुहानू कित्थों मिलिया? कहन लगा घर दी कोल मेरी जी घर वाली है ना, उन्हें मैनू ज्ञानी बना दिता। वो कहन लगे वो किन्ना क पढ़ी तुहाडी घर दी? कहन लगे अनपढ़ वा। कहने लगे जे तुहाडी घर दी तेरी घर दी अनपढ़ वा ते तैनू ज्ञान कित्थों देता उन्हें? कहने लगा वो अनपढ़ सी, वो मैनू माड़ा चंगा शब्द बोलदी सी, गाली गलोच करदी ते मैं गुस्से हो के घरों परां चल जाना। उस दुख तो दुखी होके वो गालां कढ़दी सी, माड़ा चंगा शब्द बोलदी, उस दुख तो मैं दुखी होके उहनूं छड्ड के परां चल जाना सां किते ते जाके उत्थे रब दा नाम जपदा साधना करदा हां। मैनू घर वाली ने ही विद्वान बना दिता। केतियां दुख भूख घर दी ने गालां कढ़णियां, मैं दुखी होना, मैं घर छड्ड के चल गया ते जाके रब दा सिमरन कीता, रबी याद च जुड़े ते ज्ञान प्राप्त हो गया। वो दुख ने मैनू ज्ञान दिता है, पर सारियां वास्ते नहीं हुंदा है, ये गुरमुखां वास्ते हुंदा है। केतियां दुख भूख सद मार ये भी दात तेरी दातार। दुख भी दात वा उसदी, सुख तो दात है ही है, दुख भी उसदी दात है। हुक्मी उत्तम नीच हुक्म लिख दुख सुख पाइए, एक ना हुक्मी बख्शीसा। एक हुक्मी सदा पवाइए। कई भटक रहे ने, बहुत भटक रहे ने ते कईयां ते बख्शा होईयां ने ते वो टिके होए ने। ते बख्शा किन्हां ते हुंदियां ने? बरकत तिनको अगली जे पढ़दे रहन दरूद। जिहड़े रब दा नाम पढ़दे ने, रब दी बंदगी करदे ने, उन्हां ते बड़ियां बख्शा हुंदियां ने। बरकत तिनको अगली, किन्ना ते बरकत हुंदी है, किन्ना ते बख्शिश हुंदी है। जिथे नीच समालीन तिथे नदर तेरी बख्शीश। लख खुशियां पातशाहियां जे सतगुर नदर करे। ते मार के एक ना हुक्मी बख्शीश। कईयां उत्ते रब दी बड़ी किरपा हुंदी है। वो पदार्थ हुंदियां होया भी, संसार हुंदियां भी निरंकार नाल जुड़े हुंदे ने। ते कईयां को कुछ ना हुंदियां होया भी वो भटक रहे ने। एक हुक्मी सदा पवाइए, एक हुक्मे एक ना हुक्मी बख्शीश, एक हुक्मी सदा पवाइए। भटक रहे ने, सब कुछ पदार्थ हुंदियां होया भी टिक नहीं रहे। हाँ, जिद को पदार्थ ना होण वो तो विचारा लभे, ते जिद को खाण पीण नूं रब ने खुला दिता होया वो क्यों भटके? ये भी उसदी एक किरत वा। मार कहंदे हुक्मी होवण आकार ते हुक्मी उत्तम नीच। हुक्म लिख दुख सुख पाइए, एक ना हुक्मी बख्शीश, एक हुक्मी सदा पवाइए। हुक्म अंदर सब को। कदी सूरज चढ़न तो लेट होया, कदी बसंत बहार अगे पिछे आई है उहदे हुक्म च ही है ना। कदी रात पैण च सूरज ने देरी कीती होवे, कदी देर ना चढ़िया होवे। हाँ, है सब कुछ हुक्म। हुक्मे अंदर सब को। समय दे नाल पतझड़ हो जाती है, समय दे नाल बसंत बहार आ जाती है, समय दे नाल फुल लगते हैं, समय दे नाल फल भी लगते हैं। समय तो बिना बाहर कोई भी नहीं है। भै में रचो सब संसारा। जिन्ने जी जंतु ने वो अपने समय दे नाल बच्चों की पैदाइश करते हैं कि अगों पिछों भी करते हैं, समय नहीं हुंदी। रब दा विधि विधान है, हर चीज ते लागू हुंदा है। हुक्मे अंदर सब को। समुंदर उहदे हुक्म च रुकिया होया है, दरिया उहदे पै विच चले लख दरियाओ।
ਪੈ ਵਿੱਚ ਸਿੱਧ ਬੁੱਧ ਸਰਨਾਥ, ਪੈ ਵਿੱਚ ਆ ਡਾਣੇ ਆਕਾਸ, ਪੈ ਵਿੱਚ ਧਰਤੀ, ਪੈ ਵਿੱਚ ਆਕਾਸ, ਸਭ ਕੁਛ ਜੋ ਵੀ ਕੁਝ ਹੈ। ਮਹਾਰਾਜ ਕਹਿੰਦੇ ਹੁਕਮੇ ਅੰਦਰ ਸਭ ਕੋ। ਸ਼ੇਰ ਉਹਦੇ ਹੁਕਮ 'ਚ ਹੀ ਆ, ਉਹ ਮਾਸ ਹੀ ਖਾਂਦਾ ਹੈ। ਬਗਲਾ ਉਹਦੇ ਹੁਕਮ 'ਚ ਹੀ ਆ, ਉਹ ਮਾਸ ਹੀ ਖਾਂਦਾ ਹੈ। ਗਊ ਉਹਦੇ ਹੁਕਮ 'ਚ ਹੀ ਆ, ਉਹ ਘਾਹ ਹੀ ਖਾਂਦੀ ਆ। ਹੁਕਮ ਅੰਦਰ ਸਭ ਕੋ ਆ। ਬੰਦੇ ਨੂੰ ਛੱਡ ਕੇ, ਬੰਦੇ ਨੂੰ ਛੱਡ ਕੇ ਬਾਕੀ ਹੁਕਮ 'ਚ ਹੀ ਹੈ। ਸੂਰਜ ਛਿਪਣ ਤੋਂ 1 ਘੰਟਾ ਪਹਿਲਾਂ ਸਾਰੇ ਜਾਨਵਰ ਰੁੱਖ ਤੇ ਬਹਿ ਜਾਂਦੇ ਨੇ, ਆਪੋ ਆਪਣੇ ਆਲ੍ਹਣਿਆਂ 'ਚ ਬਹਿ ਜਾਂਦੇ ਨੇ। ਸੂਰਜ ਚੜ੍ਹਨ ਤੋਂ 1 ਘੰਟਾ ਪਹਿਲਾਂ, 2 ਘੰਟਾ ਪਹਿਲਾਂ ਉਹ ਜਾਗ ਜਾਂਦੇ ਨੇ। ਕਿਉਂ? ਉਹ ਹੁਕਮ 'ਚ ਬੱਧੇ ਹੋਏ ਨੇ। ਰਾਤ ਨੂੰ ਕੋਈ, ਜਿਹੜੇ ਰਾਤ ਚਿਰਿਆ ਕਰਨ ਵਾਲੇ ਨੇ, ਉੱਲੂ ਆਦਿਕ ਜਿਹੜੇ ਨੇ, ਉਹ ਰਾਤ ਨੂੰ ਆਪਣੀ ਕਿਰਿਆ ਕਰਦੇ ਨੇ। ਜਿਹੜੇ ਦਿਨ ਨੂੰ, ਜਿਹੜੇ ਸਾਡੇ ਚਿੜੀਆਂ ਕਾਂ ਨੇ, ਉਹ ਦਿਨੇ ਹੀ ਆਪਣੀ ਖੁਰਾਕ ਖਾਂਦੇ ਨੇ, ਰਾਤ ਸੌਂ ਜਾਂਦੇ ਨੇ। ਮਨੁੱਖ ਦਾ ਨਾ ਕੋਈ ਸੌਣ ਦਾ ਟਾਈਮ, ਨਾ ਇਹਦਾ ਕੋਈ ਖਾਣ ਦਾ ਟਾਈਮ, ਨਾ ਉੱਠਣ ਦਾ ਟਾਈਮ। ਇਹ ਇਸ ਧਰਤੀ ਉੱਤੇ ਸਭ ਤੋਂ ਕੋ ਨਖਿੱਧ ਜੀਵ ਹੈ ਤੇ ਉਹ ਬੰਦਾ ਵਾ। ਨਾ ਇਹਨੂੰ ਖਾਣ ਦਾ ਪਤਾ, ਤੇ ਇਹਨਾਂ ਨੂੰ ਇਹ ਗ੍ਰੰਥ ਪੜ੍ਹ ਕੇ ਵੀ ਨਹੀਂ ਸਾਨੂੰ ਪਤਾ ਲੱਗਣ ਦਿਆ ਅਸੀਂ ਕੀ ਖਾਣਾ। ਕਈ ਕਹਿੰਦੇ ਹੈ ਗੁਰੂ ਬਾਣੀ ਵਿੱਚ ਲਿਖਿਆ ਨਹੀਂ ਕੀ ਖਾਣਾ ਕੀ ਨਹੀਂ ਖਾਣਾ। ਲਓ, ਉਹ ਜਾਨਵਰਾਂ ਨੂੰ ਪਤਾ ਵਾ ਅਸੀਂ ਕੀ ਖਾਣਾ ਵਾ। ਸ਼ੇਰ ਨੂੰ ਪਤਾ ਮੈਂ ਕੀ ਖਾਣਾ ਵਾ, ਬਗਲੇ ਨੂੰ ਪਤਾ ਮੈਂ ਕੀ ਖਾਣਾ ਵਾ, ਹੰਸ ਨੂੰ ਪਤਾ ਮੈਂ ਕੀ ਖਾਣਾ, ਤੇ ਬੰਦੇ ਨੂੰ ਨਹੀਂ ਪਤਾ ਮੈਂ ਕੀ ਖਾਣਾ। ਤੇ ਬੜਾ ਧਾਰਮਿਕ ਬਣਿਆ ਫਿਰਦਾ ਆਪਣੇ ਆਪ ਵਿੱਚ। ਇਹ ਬਾਣੀ 'ਚ ਲਿਖਿਆ ਹੀ ਨਹੀਂ ਕਿਤੇ ਕਿ ਕੀ ਖਾਣਾ ਕੀ ਨਹੀਂ ਖਾਣਾ। ਉਹ ਜਦ ਕੁੱਤਿਆਂ ਨੂੰ ਪਤਾ ਹੈ, ਬਿੱਲਿਆਂ ਨੂੰ ਪਤਾ ਹੈ, ਜਾਨਵਰਾਂ ਨੂੰ ਪਤਾ ਮੈਂ ਕੀ ਖਾਣਾ, ਤੇ ਬੰਦਿਆਂ ਤੈਨੂੰ ਪਤਾ ਨਹੀਂ ਮੈਂ ਕੀ ਖਾਣਾ, ਤੇ ਤੈਨੂੰ ਬਾਣੀ 'ਚ ਵੀ ਨਹੀਂ ਲੱਭਿਆ ਵੀ ਕੀ ਖਾਣਾ ਤੇ ਕੀ ਨਹੀਂ ਖਾਣਾ। ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਕਿਸੇ ਵੀ ਜਾਨਵਰ ਨੂੰ ਇਹ ਸਿੱਖਿਆ ਨਹੀਂ ਦੇਣੀ ਪੈਂਦੀ ਅੰਮ੍ਰਿਤ ਵੇਲੇ ਉੱਠੋ, ਉਹ ਸਾਰੇ ਉੱਠਦੇ ਨੇ। ਇੱਥੇ ਵੱਡੇ ਵੱਡੇ ਪੈਗੰਬਰ ਲਿਖ ਕੇ ਗਏ ਨੇ, ਬੰਦਿਆਂ ਅੰਮ੍ਰਿਤ ਵੇਲੇ ਉੱਠੀਏ ਤਾਂ ਵੀ ਨਹੀਂ ਉੱਠਿਆ। ਹੁਕਮੇ ਅੰਦਰ ਸਭ ਕੋ। ਇੱਕ ਬੰਦੇ ਨੂੰ ਛੱਡ ਕੇ ਬਾਕੀ ਸਾਰੇ ਬੇਹੁਕਮੇ ਹੁਕਮ 'ਚ ਨੇ। ਅੱਜ ਵੀ ਉੱਥੇ ਰਾਗੀ ਨੇ ਸ਼ਬਦ ਲਾਇਆ, ਉੱਠ ਫਰੀਦਾ ਉਜੂ ਸਾਜ। ਬੰਦਿਆਂ ਨੂੰ ਕਹਿਣਾ ਪੈਂਦਾ ਉੱਠੋ, ਜਾਨਵਰ ਆਪਣੇ ਆਪ ਉੱਠਦੇ ਨੇ। ਬੰਦਿਆਂ ਨੂੰ ਸਮਝਾਉਣਾ ਪੈਂਦਾ, ਬਾਕੀ ਸਾਰੇ ਆਪਣੇ ਆਪ ਹੀ ਸਮਝੇ ਹੋਏ ਨੇ। ਇਸ ਕਰਕੇ ਬੰਦਾ ਸਭ ਤੋਂ ਨਖਿੱਧ ਜੀਵ ਇਸ ਧਰਤੀ ਦਾ ਹੈ। ਇਹਨੇ ਆਪਣੇ ਮਾਰਨ ਵਾਸਤੇ ਤੇ ਐਟਮ ਬੰਬ ਤੇ ਬੜਾ ਕੁਝ ਬਣਾਇਆ ਹੋਇਆ ਵਾ। ਇਹਨੇ ਜੀਵ ਜੰਤੂ ਵੀ ਮਾਰ ਛੱਡੇ ਨੇ ਇਸ ਧਰਤੀ ਦੇ ਉੱਤੇ। ਤੇ ਖੈਰ ਹੁਕਮੇ ਅੰਦਰ ਸਭ ਕੋ। ਉਹ ਕਿਉਂ ਹੁਕਮ 'ਚ ਨੇ? ਉਹਨਾਂ ਕੋ ਸਾਡੇ ਜਿੰਨੀ ਅਕਲ ਨਹੀਂ। ਸਾਨੂੰ ਰੱਬ ਨੇ ਅਕਲ ਵੱਧ ਦੇ ਦਿੱਤੀ, ਤੇ ਅਕਲਵਾਨ ਬੰਦਾ ਫਿਰ ਹੁਜਤਾਂ ਰੱਬ ਨੂੰ ਵੀ ਕਰਦਾ ਹੈ, ਧਰਮ ਨੂੰ ਵੀ ਕਰਦਾ ਹੈ, ਗੁਰੂ ਨੂੰ ਵੀ ਕਰਦਾ ਹੈ ਹੁਜਤਾਂ। ਤਿਸ ਨਾਲ ਹੁਜਤ ਨਾ ਚੱਲਈ ਨਾ, ਤਿਸ ਨਾਲ ਸਿਆਣਪ ਨਾ ਚੱਲਈ ਨਾ ਹੁਜਤ ਕਰਨੀ ਜਾਏ। ਤੂੰ ਹੁਜਤਾਂ ਤੇ ਕਰਦਾ ਹੈ ਰੱਬ ਨਾਲ ਵੀ, ਪਰ ਉੱਥੇ ਚੱਲਦੀਆਂ ਨਹੀਂ ਹੈ। ਹੁਕਮੇ ਅੰਦਰ ਸਭ ਕੋ। ਕਦੀ ਰਾਤ ਨੂੰ ਚਿੜੀ ਕਾਂ ਕੋਈ ਦਾਣਾ ਖਾਂਦਾ ਵੇਖਿਆ ਜੀ? ਕਦੀ ਚਿੜੀ ਕਾਂ ਰਾਤ ਨੂੰ ਉੱਡਦਾ ਵੇਖਿਆ ਜੀ ਕਿਸੇ ਨੇ? ਨਾ ਹੁਕਮ 'ਚ ਨਹੀਂ। ਤੇ ਹੁਕਮ ਵਿੱਚ ਹੀ ਸੁੱਖ ਮਿਲਣਾ ਹੈ। ਰੱਬ ਖੈਰ ਕਰੇ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਪਾਣੀ ਦੇ ਉੱਤੇ ਰੱਬ ਦਾ ਹੁਕਮ ਲਾਗੂ ਹਮੇਸ਼ਾ ਨੀਵੇਂ ਪਾਸੇ ਨੂੰ ਚੱਲਦਾ ਹੈ। ਕਿ ਪਾਣੀ ਚੜ੍ਹਦੇ ਨੂੰ ਕਦੀ ਜਾਂਦਾ ਦੇਖਿਆ ਜੇ ਕਿਸੇ ਨੇ ਦਰਿਆ? ਸਭ ਤੇ ਲਾਗੂ ਆ ਹੁਕਮ ਉਸਦਾ। ਫਿਰ ਮੈਂ ਬੰਦੇ ਨੂੰ ਛੱਡ ਕੇ ਬਾਕੀ ਤੇ ਹੁਕਮ ਲਾਗੂ ਹੀ ਹੈ। ਕਿਸੇ ਵੀ ਪੰਛੀ ਨੇ ਆਪਣੀ ਮਰਜ਼ਾਦਾ ਨਹੀਂ ਛੱਡੀ ਹੋਈ ਨਾ। ਲੋੜ ਤੋਂ ਵੱਧ ਖਾਂਦੇ ਨਹੀਂ, ਲੋੜ ਤੋਂ ਵੱਧ ਭੋਗਦੇ ਨਹੀਂ, ਲੋੜ ਤੋਂ ਵੱਧ ਉਹ ਸੌਂਦੇ ਨਹੀਂ।
परंदे ना गरा जर दरख्त आब आस कर दहिंद सुई एक तू ही फरीदा हों बलिहारी तिन पंखियां जंगल जिन्ना बास कंकर चुगन थल वसन रब ना छोड़न पास। ਇਹ ਬੰਦਾ ਧਰਮ ਸਥਾਨਾਂ ਤੇ ਬੈਠਾ ਹੋਇਆ ਰੱਬ ਨੂੰ ਛੱਡ ਕੇ ਬੈਠਾ ਆ ਤੇ ਜੰਗਲਾਂ 'ਚ ਵੀ ਰੱਬ ਨੂੰ ਯਾਦ ਕਰਦੇ ਨੇ। ਇਹ ਧਰਮ ਦੇ ਕੱਪੜੇ ਪਾ ਕੇ ਵੀ ਪਾਪੀ ਬਣਿਆ ਫਿਰਦਾ ਹੈ, ਧਰਮ ਦੇ ਕੱਪੜੇ ਪਾ ਕੇ ਵੀ ਧੜਿਆਂ 'ਚ ਵੰਡਿਆ ਤੇ ਸਿਆਸਤਾਂ 'ਚ ਵੰਡਿਆ ਗਿਆ ਬੰਦਾ। ਫਰੀਦਾ ਹੋਂ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕੰਕਰ ਚੁਗਣ ਥਲ ਵਸਣ ਰੱਬ ਨਾ ਛੋੜਨ ਪਾਸ। ਉਹਨਾਂ ਰੱਬ ਦਾ ਪਲੜਾ ਨਹੀਂ ਛੱਡਿਆ ਹੋਇਆ। ਅਸੀਂ ਛੱਡ ਕੇ ਬੈਠੇ ਹੋਏ ਆ ਜਿਹੜੇ ਕਹਿੰਦੇ ਵੀ ਬੜੀ ਉੱਚੀ ਜੂਨ ਵਾ ਸਾਡੀ, ਅਸੀਂ 84 ਲੱਖ ਜੂਨ ਤੋਂ ਬੜੇ ਹੀ ਉੱਤਮ ਵਾ ਤੇ ਕੰਮ ਤੇ ਸਾਰਿਆਂ ਤੋਂ ਨਖਿੱਧ ਸਾਡੇ ਨੇ। ਜਿੰਨੇ ਨਖਿੱਧ ਕੰਮ ਬੰਦਾ ਕਰਦਾ ਕੋਈ ਜਾਨਵਰ ਕਰਦਾ ਇੰਨੇ ਨਖਿੱਧ ਕੰਮ। ਕਰਤੂਤ ਪਸ਼ੂ ਕੀ ਮਾਨਸ ਜਾਤ, ਪਸ਼ੂ ਵੀ ਨਹੀਂ ਇਹ ਕੰਮ ਕਰਦੇ ਜੋ ਬੰਦਾ ਕਰਦਾ ਹੈ। ਤੇ ਹੁਕਮ ਹੈ ਅੰਦਰ ਸਭ ਕੋ, ਰੁੱਖ ਉਹਦੇ ਹੁਕਮ 'ਚ ਖਲੋਤੇ ਹੋਏ ਨੇ। ਸਮੇਂ ਨਾਲ ਪੱਤੇ ਝੜਦੇ ਨੇ, ਸਮੇਂ ਨਾਲ ਹੀ ਬਸੰਤ ਬਹਾਰ ਆਉਂਦੀ ਆ, ਸਭ ਕੁਝ ਸਮੇਂ ਨਾਲ ਹੀ ਹੁੰਦਾ ਹੈ। ਨਾਨਕ ਹੁਕਮੇ ਜੇ ਬੁੱਝੇ, ਜੇ ਬੰਦੇ ਨੂੰ ਵੀ ਅਕਲ ਆ ਜੇ ਜਿਹੜੀ ਅਕਲ ਜਾਨਵਰਾਂ ਦੇ ਕੋਲ ਵਾ ਤਾਂ, ਜਿਹੜੀ ਪੰਛੀਆਂ ਦੇ ਕੋਲ ਸਮਝ ਵਾ ਜੇ ਬੰਦੇ ਕੋ ਸਮਝ ਹੋਵੇ ਤਾਂ। ਹੁਣ ਅੱਗੇ ਕਿਨਾਂ ਨਾ ਜੇ ਚੋਰੀ ਹੋ ਗਈ, ਕੋਈ ਡਕੈਤੀ ਹੋ ਗਈ ਤੇ ਪੁਲਿਸ ਵਾਲੇ ਕੁੱਤਾ ਲੈ ਕੇ ਆਉਂਦੇ ਨੇ ਤੇ ਤੁਸੀਂ ਲੱਖ ਲੱਖ ਰੁਪਈਆ ਕੱਢ ਲਈ ਲੈਂਦੇ, ਕੁੱਤਿਆਂ ਨੇ ਲੱਭਣਾ ਚੋਰ ਤੇ ਤੁਸੀਂ ਕੱਲ ਹੀ ਬੈਠੇ ਹੋਏ ਹੋ। ਚੋਰ ਲੱਭਣਾ ਤੇ ਕੁੱਤਾ ਲੈ ਆਓ ਤੇ ਪੈਸੇ ਲੈਣੇ ਤੇ ਤੁਸੀਂ ਘਰ ਨੂੰ ਲੈ ਕੇ ਚਲ ਜਾਓ। ਲਓ ਤਨਖਾਹਾਂ ਤੁਸੀਂ ਲਓ ਤੇ ਚੋਰ ਕੁੱਤਾ ਲੱਭੇ। ਕਿਉਂ? ਬੰਦੇ ਕੋ ਉਨੀ ਸਿਆਣਪ ਨਹੀਂ ਹੈ ਜਿੰਨੀ ਸਿਆਣਪ ਕੁੱਤੇ ਦੇ ਕੋਲ ਵਾ। ਤੇ ਜੇ ਮਾਰ ਕਹਿੰਦੇ ਨਾਨਕ ਹੁਕਮੇ ਜੇ ਬੁੱਝੇ, ਵਾਕਿਆ ਹੀ ਜੇ ਤੂੰ ਇਹ ਰੱਬ ਦੇ ਹੁਕਮ ਨੂੰ ਬੁੱਝ ਲਵੇਂ ਵੀ ਇਹ ਦਿਸਦਾ ਹੁਕਮੀ ਹੋਵਣ ਆਕਾਰ, ਜੇ ਤੈਨੂੰ ਪਤਾ ਲੱਗ ਜੇ। ਅਜੇ ਤੇ ਆਪਾਂ ਪੜ੍ਹੀ ਜਾਂਦੇ ਆ ਨਾ, ਹੁਕਮੀ ਹੋਣ ਆਕਾਰ, ਹੁਕਮ ਨਾ ਕਿਹਾ ਜਾਏ, ਹੁਕਮ ਜੀ ਏਦਾਂ ਹੀ ਪੜ੍ਹੀ ਜਾਂਦੇ। ਪਤਾ ਨਹੀਂ ਸਾਰੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੁਕਮੀ ਹੋਣ ਕਾਰ, ਹੁਕਮ ਨਾ ਕਿਹਾ ਜਾਏ, ਹੁਕਮੀ ਹੋਣ ਜੀ, ਹੁਕਮੇ ਉਦੋਂ ਦੀ ਬੜੇ ਕਾਲੀ ਨਾਲ ਪੜੀ ਜਾਂਦੀ, ਚਾੜਦੇ ਪਟੇ ਕਹਿੰਦੇ ਹੈ। ਸਾਰੀ ਜ਼ਿੰਦਗੀ ਲੰਘ ਗਈ, ਪਤਾ ਲੱਗਾ ਹੀ ਨਹੀਂ ਹੁਕਮ 'ਚ ਕਾਰ ਵੀ ਹੋਇਆ ਕੋਈ, ਕਿ ਉਦਾਂ ਹੀ ਚੱਲੀ ਜਾਂਦਾ। ਹੁਕਮੀ ਹੋਣ ਕਾਰ। ਨਾਨਕ ਹੁਕਮੇ ਜੇ ਬੁੱਝੇ, ਜੇ ਵਾਕਿਆ ਹੀ ਤੂੰ ਇਸ ਹੁਕਮ ਨੂੰ ਬੁੱਝ ਲਵੇਂ ਕਿ ਵਾਕਿਆ ਹੀ ਜੋ ਕੁਛ ਧਰਤੀ ਤੇ ਹੋਇਆ ਹੈ, ਉੱਤਮ ਨੀਚ ਜੋ ਕੁਛ ਵੀ ਆ, ਚੰਦ ਸੂਰਜ ਤਾਰੇ ਉਹ ਜੋ ਦਿਸੇ ਅੰਬਰ ਤਾਰੇ ਕਿਨੋ ਚੀਤੇ ਚੀਤਣ ਹਾਰੇ, ਜੇ ਪਤਾ ਲੱਗ ਜੇ ਤੈਨੂੰ ਤਾਂ ਹਉਮੈ ਕਹੇ ਨਾ ਕੋਈ। ਫਿਰ ਬੰਦਾ ਆਪਣੇ ਨਾਲ ਹਉਮੈ ਨਹੀਂ ਜੋੜ ਸਕਦਾ। ਜਿਹਨੂੰ ਹੁਕਮ ਦਾ ਪਤਾ ਲੱਗ ਜੇ ਨਾ, ਉਦਣ ਕਿਹਾ ਹਉਮੈ ਇਹ ਜਾਤ ਹੈ ਹਉਮੈ ਕਰਮ ਕਮਾਏ। ਜਿਹੜਾ ਬੰਦਾ ਕਰਮ ਕਰਦਾ ਹੈ ਨਾ ਉਹਦੀ ਜਾਤ ਬਣ ਜਾਂਦੀ ਆ। ਤੇ ਬੰਦਾ ਸਾਰੇ ਕੰਮ ਹਉਮੈ ਅਧੀਨ ਕਰਦਾ ਹੈ ਤਾਂ ਇਹਦੀ ਜਾਤ ਬਣੀ ਹੋਈ ਹੈ ਹਉਮੈ। ਹਉਮੈ ਇਹ ਜਾਤ ਹੈ। ਜਿੱਦਾਂ ਹੁਣ ਕੋਈ ਕਹਿੰਦੇ ਫਲਾਣੇ ਦੀ ਜੱਟ ਜਾਤ ਆ, ਕਿਸੇ ਦੀ ਚਮਿਆਰ ਜਾਤ ਵਾ, ਕਿਸੇ ਦੀ ਕੁਛ ਵਾ, ਇਹ ਜਾਤਾਂ ਨੇ। ਤੇ ਮਰ ਕਹਿੰਦੇ ਅਸਲ ਵਿੱਚ ਇਹ ਜਾਤ ਕਿਉਂ ਬਣੀ? ਕੋਈ ਚਮੜੇ ਦਾ ਕੰਮ ਕਰਦਾ ਸੀ, ਉਹਦੀ ਜਾਤ ਚਮਿਆਰ ਪੈ ਗਈ। ਕੋਈ ਚੱਕ ਘਮਾਉਂਦਾ ਸੀ ਤੇ ਭਾਂਡੇ ਬਣਾਉਂਦਾ ਸੀ, ਚੱਕ ਘਮਾਉਣ ਕਰਕੇ ਉਹਦੀ ਜਾਤ ਪੈ ਗਈ ਘੁਮਿਆਰ। ਤੇ ਜਿਹੜਾ ਜੜ੍ਹਾਂ ਪੁੱਟਦਾ ਸੀ ਉਹਦੀ ਜਾਤ ਪੈ ਗਈ ਜੱਟ। ਜੱਟ ਕੋਈ ਉੱਤਮ ਜਾਤ ਨਹੀਂ ਹੈ, ਇਹ ਜੜ੍ਹਾਂ ਪੁੱਟਦਾ ਵਾ ਤੇ ਜੜ੍ਹਾਂ ਲਾਉਂਦਾ ਵਾ ਤਾਂ ਇਹਨੂੰ ਜੱਟ ਕਹਿੰਦੇ ਆ। ਤੇ ਜਿਹੜਾ ਚੱਕ ਘਮਾਉਂਦਾ ਉਹਨੂੰ ਘੁਮਿਆਰ ਕਹਿੰਦੇ, ਉਹ ਚੱਕ ਘਮਾਉਂਦਾ ਹੈ। ਤਰਖਾਣ ਉਸਨੂੰ ਕਹਿੰਦੇ ਨੇ, ਤਰ ਮੈਨੇ ਰੁੱਖ ਨੂੰ ਕੱਟਣ ਵਾਲਾ। ਲੋਹਾਰ ਜਿਹੜਾ ਲੋਹੇ ਦਾ ਕੰਮ ਕਰੇ ਤਾਂ ਉਹਨੂੰ ਲੋਹਾਰ ਕਹਿੰਦੇ। ਮੰਨ ਕੇ ਹਉਮੈ ਇਹ ਜਾਤ ਹੈ। ਬੰਦੇ ਦੀ ਜਾਤ ਕਿਹੜੀ ਆ? ਹਉਮੈ। ਕਿਉਂ?
ਹਉਮੈ ਕਰਮ ਕਮਾਏ। ਇਹਨੇ ਜਿੰਨੇ ਵੀ ਕਰਮ ਕੀਤੇ ਨੇ, ਮੇਰਾ ਘਰ, ਮੇਰਾ ਪਰਿਵਾਰ, ਮੇਰੀ ਘਰਵਾਲੀ, ਮੇਰੇ ਬੱਚੇ, ਮੇਰੀ ਦੌਲਤ, ਮੇਰਾ ਪਰਿਵਾਰ, ਮੇਰਾ ਦੇਸ਼, ਮੇਰਾ ਵਤਨ, ਮੇਰਾ ਧਰਮ, ਮੇਰਾ ਝੰਡਾ, ਮੇਰਾ ਗੁਰੂ, ਹਰ ਥਾਂ ਦੇ ਨੇ ਮੇਰਾ ਹੀ ਜੋੜਿਆ ਹੋਇਆ ਹੈ। ਤਾਂ ਇਹ ਹਉਮੈ ਜਾਤ ਬਣੀ ਹੋਈ ਮਨੁੱਖ ਦੀ। ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਏ। ਕਬੀਰ ਸਾਹਿਬ ਨੇ ਲਾਜ ਨਾ ਮਰੋ, ਕਰੋ ਕਹੋ ਕਰ ਮੇਰਾ, ਅੰਤ ਕੀ ਬਾਰ ਨਹੀਂ ਕਿਸ ਤੇਰਾ। ਲੈ ਕੇ ਤੂੰ ਆਇਆ ਨਹੀਂ ਸੀ ਘਰ ਨੂੰ, ਲੈ ਕੇ ਤੂੰ ਆਇਆ ਨਹੀਂ ਸੀ ਪਰਿਵਾਰ ਨੂੰ। ਘਰ ਵਾਲੀ ਲੈ ਕੇ ਜੰਮਿਆ ਸਾਂ, ਨਾਲ ਬੱਚੇ ਲੈ ਕੇ ਜੰਮਿਆ ਸਾਂ, ਦੌਲਤਾਂ ਤੇ ਸ਼ੌਹਰਤਾਂ ਲੈ ਕੇ ਜੰਮਿਆ ਸਾਂ, ਤੇ ਫਿਰ ਕਿਸ ਤਰ੍ਹਾਂ ਕਹਿਤਾ ਮੇਰਾ ਵਾਏ। ਲਾਜ ਨਾ ਮਰੋ ਕਹੋ ਕਰ ਮੇਰਾ। ਸ਼ਰਮ ਨਹੀਂ ਆਉਂਦੀ? ਕਬੀਰ ਸਾਹਿਬ ਕਹਿੰਦੇ ਤੁਹਾਨੂੰ ਤੁਸੀਂ ਆਪਣੇ ਨਾਲ ਹਉਮੈ ਜੋੜੀ ਹੋਈ। ਨਾਨਕ ਹੁਕਮੇ ਜੇ ਬੁੱਝੈ, ਤਾਂ ਹਉਮੈ ਕਹੇ ਨਾ ਕੋਏ। ਫਿਰ ਨਹੀਂ ਕਹੂਗਾ ਕਿ ਮੇਰਾ ਧਰਮ, ਮੇਰਾ ਝੰਡਾ, ਮੇਰਾ ਵਤਨ, ਮੇਰਾ ਦੇਸ਼, ਸਭ ਤੋਂ ਮੈਂ ਮਿਟ ਜਾਏਗੀ। ਇਹ ਮੈਂ ਕਰਕੇ ਹੀ ਮਨੁੱਖ ਦੀ ਅਸਲੀ ਜਾਤ ਪਤਾ ਕਿਹੜੀ ਆ? ਜਿਹੜੀਆਂ ਬਾਹਰ ਜਾਤਾਂ ਨੇ, ਪਰ ਅੰਤਰੀਬ ਮਨੁੱਖ ਦੀ ਜਾਤ ਹੈ ਹਉਮੈ। ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਏ। ਕਿਉਂਕਿ ਇਹਨੇ ਹਉ ਅਧੀਨ ਕਰਮ ਕੀਤੇ ਨੇ, ਤੇ ਜਿਹੜਾ ਹਉ ਅਧੀਨ ਕਰਮ ਕਰੇ ਉਹਦੀ ਜਾਤ ਬਣ ਜਾਂਦੀ ਆ ਹਉਮੈ। ਹਉਮੈ ਇਹ ਜਾਤ ਹੈ। ਤੇ ਮਰ ਕੇ ਨਾਨਕ ਹੁਕਮੇ ਜੇ ਬੁੱਝੈ, ਤਾਂ ਹਉਮੈ ਕਹੇ ਨਾ ਕੋਈ। ਜੇ ਤੈਨੂੰ ਪਤਾ ਲੱਗ ਜੇ ਇਹ ਜਿਤਨਾ ਦਿਸਦਾ ਆਕਾਰ ਪਰਮੇਸ਼ਰ ਦੇ ਹੁਕਮ ਵਿੱਚ ਹੋਇਆ ਹੈ। ਹੁਕਮੀ ਹੋਵਣ ਆਕਾਰ, ਹੁਕਮ ਨਾ ਕਿਹਾ ਜਾਏ। ਹੁਕਮੀ ਹੋਵਣ ਜੀ, ਹੁਕਮ ਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਏ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਏ। ਹੁਕਮੇ ਅੰਦਰ ਸਭ ਕੋ। ਕਈ ਬੰਦੇ ਕਹਿੰਦੇ ਜੇ ਸਭ ਕੁਝ ਹੁਕਮ 'ਚ ਹੋ ਰਿਹਾ, ਜੇ ਅਸੀਂ ਰਾਤ ਨੂੰ ਗਲਾਸੀ ਪੀ ਲੈਨੇ ਤੇ ਇਹ ਵੀ ਹੁਕਮ 'ਚ ਹੀ ਪੀਂਦੇ ਆ। ਫਿਰ ਜੇ ਅਸੀਂ ਚੋਰੀ ਕਰਦੇ ਸਾਂ, ਮਤਲਬ ਰੱਬ ਦੇ ਹੁਕਮ 'ਚ ਹੀ ਚੋਰੀ ਕਰਦੇ ਆ। ਆ ਜਿਹੜੀ ਹੁਣ 2 ਮਹੀਨੇ ਫਰੀ ਦੀ ਸ਼ਰਾਬ ਚੱਲੀ ਵੋਟਾਂ ਦੇ ਵਿੱਚ, ਤੇ ਮਰਨੇ ਸ਼ੁਰੂ ਹੋ ਗਏ ਆ। ਇੱਕ ਦੋ ਤੋਂ ਖਬਰ ਆ ਗਈਆਂ, ਪੀ ਜਿਹੜੇ ਬਹੁਤੇ ਪੀਂਦੇ ਰਹੇ ਹੁਣ ਇੱਕਦਮ ਨਹੀਂ ਮਿਲੀ, ਮਰ ਗਏ ਆ। ਇਹਦਾ ਮਤਲਬ ਵੀ ਜੇ ਇਹ ਵੀ ਰੱਬ ਦੇ ਹੁਕਮ 'ਚ ਹੀ ਪੀਂਦੇ ਰਹੇ ਨੇ? ਨਾ ਨਾ ਨਾ, ਬੰਦਾ ਰੱਬ ਦੇ ਹੁਕਮ ਤੇ ਮੰਨਦਾ ਹੀ ਨਹੀਂ ਨਾ। ਨਹੀਂ ਨਹੀਂ, ਰੱਬ ਨਹੀਂ, ਇਹ ਬੰਦਾ ਨਹੀਂ ਮੰਨਦਾ। ਹਾਂ, ਕੋਈ ਗੁਰੂ ਪੀਰ ਨੂੰ ਇਹਨੂੰ ਹੁਕਮ ਮਨਾ ਦੇ ਰੱਬ ਦਾ, ਤੇ ਵੱਖਰੀ ਗੱਲ ਹੈ। ਹੁਕਮੀ ਉੱਤਮ ਨੀਚ, ਹੁਕਮ ਲੈ ਦੁੱਖ ਸੁਖ ਪਾਈਏ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਏ। ਹੁਕਮੇ ਅੰਦਰ ਸਭ ਕੋ, ਬੰਦੇ ਨੂੰ ਛੱਡ ਕੇ। ਧਰਤੀ ਉਹਦੇ ਹੁਕਮ 'ਚ ਵਾ, ਰੁੱਖ ਉਹਦੇ ਹੁਕਮ 'ਚ, ਦਰਿਆ, ਸਮੁੰਦਰ, ਪਹਾੜ ਸਭ ਉਹਦੇ ਹੁਕਮ 'ਚ ਨੇ। ਇਹ ਜਿਹੜੇ ਕਹਿੰਦੇ ਹੁਕਮ 'ਚ ਪੀਂਦੇ, ਪੀਣਾ ਵੀ ਉਹਦਾ ਹੁਕਮ, ਜਿਹੜੇ ਮੰਨਦੇ ਆ ਨਾ, ਫਿਰ ਮਰਨ ਵੀ ਦਏ ਆ ਨਾ। ਹੁਣ ਕਿਡਨੀਆਂ ਫੇਲ ਹੋ ਗਈਆਂ, ਗੁਰਦੇ ਸੜ ਗਏ, ਰੋਟੀ ਨਹੀਂ ਲੰਘਣ ਦਈ, ਤੇ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ। ਜ਼ਹਿਰ ਘੋਲ ਕੇ 2 ਮਹੀਨੇ ਇਹਨਾਂ ਨੇ ਪੰਚਾਂ ਸਰਪੰਚਾਂ ਨੇ ਲੋਕਾਂ ਨੂੰ ਪਿਆਈ ਆ। ਤੇ ਹੁਣ ਕੁਝ ਤੇ ਮਰ ਗਏ ਨੇ, ਤੇ ਕਈਆਂ ਦੀ ਤਿਆਰੀ ਆਰੰਭ ਹੋ ਗਈ ਮਰਨ ਵਾਸਤੇ। ਹੋਰ 6 ਮਹੀਨੇ ਤੱਕ ਮਰ ਜਾਣਗੇ, ਸਾਲ ਨੂੰ ਮਰ ਜਾਣਗੇ। ਜਿਨ੍ਹਾਂ ਨੂੰ 2 ਮਹੀਨੇ ਫਰੀ ਦੀ ਮਿਲੀ, ਉਹਨੇ ਛੱਡਣੀ ਥੋੜ੍ਹਾ ਹੋਣਗਾ। ਤੇ ਇਹ ਹੁਕਮੇ ਅੰਦਰ ਸਭ ਕੋਈ, ਇਹ ਨਹੀਂ ਹੁਕਮ 'ਚ। ਸ਼ਰਾਬ ਪੀਣਾ ਹੁਕਮ 'ਚ ਨਹੀਂ ਹੈ, ਚੋਰੀ ਕਰਨੀ ਹੁਕਮ 'ਚ ਨਹੀਂ ਹੈ। ਬੰਦਾ ਹੁਕਮ ਮੰਨਦਾ ਹੀ ਨਹੀਂ ਹੈ। ਰੱਬ ਖੈਰ ਕਰੇ। ਨਾਨਕ ਹੁਕਮੇ ਜੇ ਬੁੱਝੇ, ਤਾਂ ਹਉਮੈ ਕਹੇ ਨਾ ਕੋਈ। ਫਿਰ ਨਹੀਂ ਆਪਣੇ ਆਖੂਗਾ ਮੇਰਾ ਧਰਮ ਵੱਡਾ, ਮੇਰਾ ਗੁਰੂ ਵੱਡਾ, ਮੇਰਾ ਝੰਡਾ ਵੱਡਾ, ਮੇਰਾ ਦੇਸ਼ ਵੱਡਾ। ਕੁਛ ਨਹੀਂ ਕਹੇਗਾ। ਜਿੱਦਣ ਇਹ ਮੈਂ ਉਹਦੇ ਹੁਕਮ 'ਚ ਆਇਆ ਤੇ ਹੁਕਮ 'ਚ ਤੁਰ ਜਾਣਾ, ਤੇ ਇੱਥੇ ਮੇਰਾ ਕੀ ਹੈ? ਇਹ ਸਰੀਰ ਦਾ ਕੋਈ ਹਿੱਸਾ ਮੈਂ ਬਣਾਇਆ ਆਪਣਾ? ਅੱਖਾਂ ਮੈਂ ਬਣਾਈਆਂ, ਹੱਥ ਮੈਂ ਬਣਾਏ ਨੇ, ਕੰਨ ਮੈਂ ਬਣਾਏ ਨੇ, ਦਾੜੀ ਮੈਂ ਲਾਈ। ਕੀ ਇਹ ਸਰੀਰ ਉੱਤੇ ਮੇਰਾ ਕੀ ਅਧਿਕਾਰ ਹੈ? ਮੈਂ ਕਿਸ ਅੰਗ ਦਾ ਜਨਮਦਾਤਾ? ਕੋਈ ਵੀ ਨਹੀਂ ਹੈ। ਤੇ ਮਾਰ ਖੈਰ ਕਰੇ, ਟਾਈਮ ਹੋ ਗਿਆ। ਨਾਨਕ ਹੁਕਮੇ ਜੇ ਬੁੱਝੇ, ਤਾਂ ਹਉਮੈ ਕਹੇ ਨਾ ਕੋਈ। ਅਗਲੀ ਜਿਹੜੀ ਤੀਸਰੀ ਪੌੜੀ ਆ, ਉਹ ਫਿਰ ਆਪਾਂ ਵਿਚਾਰ ਕਰਾਂਗੇ ਆਉਣ ਵਾਲੇ ਸਮੇਂ 'ਚ। ਮਾਰ ਕਿਰਪਾ ਕਰਨ। ਭੁੱਲ ਚੁੱਕ ਦੀ क्षमा ਜੀ। ਸੰਗਤਾਂ ਹੁਣ ਸੁਣਦੀਆਂ ਮਾੜਾ ਮੋਟ। ਚਲੋ ਰੱਬ ਖੈਰ ਕਰੇ। ਮੇਰੀ ਤਾਂ ਇੱਛਾ ਨਹੀਂ ਹੁਣ ਉਹ ਲੜੀਵਾਰ ਕਥਾ ਆਰੰਭ ਕਰਾਤੀ, ਹੁਣ ਮੈਨੂੰ ਮਹੀਨਾ ਲਾਉਣਾ ਪੈਣਾ। ਮੇਰੀ ਤਾਂ ਇੱਛਾ ਹੀ ਨਹੀਂ ਇਹ ਕੰਮ ਕਰਨ ਦੀ। ਚਲੋ ਮੌਸਮ ਬੜਾ ਠੀਕ ਆ,
ਇਹ ਰੁੱਤ ਸਹਾਈ ਸਹਾਈ ਹਰ ਕਾ ਨਾਮ ਧਿਆਇਕ ਹੋ ਰਿਹਾ ਭਾਈ ਕਰਮਲ ਖੰਤੇ ਪਾਈ ਇਹ ਰੁੱਤ ਸਹਾਈ। ਹੁਣ ਬੜੀ ਰੁੱਤ ਸੋਹਣੀ ਆ, ਹੁਣ ਬਹਾਨਾ ਨਹੀਂ ਲਾ ਸਕਦੇ ਵੀ ਉੱਠਿਆ ਨਹੀਂ ਜਾਂਦਾ ਠੰਡ ਬੜੀ ਹੈ, ਤੇ ਬਹਾਨਾ ਨਹੀਂ ਲਾ ਸਕਦੇ ਗਰਮੀ ਬੜੀ ਹੈ। ਇਹ ਬੰਦਾ ਹੀ ਬਹਾਨਾ ਲਾਉਂਦਾ ਵਾ। ਇਹ ਕਦੀ ਗਰਮੀ ਦੇ ਬਹਾਨੇ ਲਾ ਕੇ ਬਚ ਜਾਂਦਾ ਹੈ ਧਰਮ ਤੋਂ, ਕਦੀ ਇਹ ਠੰਡ ਦੇ ਬਹਾਨੇ ਲਾ ਕੇ ਬਚ ਜਾਂਦਾ ਹੈ। ਟਾਈਮ ਨਹੀਂ ਹੈਗਾ ਜੀ, ਵੋਟਾਂ ਆ ਗਈਆਂ ਜੀ, ਵੇਖੋ ਸਤ ਸੰਗਤ ਨਹੀਂ ਕੀਤਾ, ਵੋਟਾਂ ਹੀ ਆ ਗਈਆਂ। ਨਾ ਨਾ ਨਾ, ਰੱਬ ਖੈਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।